ਉਹਨਾਂ ਨੂੰ ਜਾ ਕੇ ਇਸ ਚੀਜ਼ ਲਈ ਤਿਆਰ ਕੀਤਾ। ਇੱਕ ਟ੍ਰੇਨਿੰਗ ਸੀਗੀ ਜਿਹੜੀ ਕਿ ਮੈਂ ਖੁਦ ਤਿਆਰ ਕੀਤੀ ਸੀ ਕਿ ਤੁਸੀਂ ਕਿਵੇਂ ਡੋਰ ਟੂ ਡੋਰ ਕੰਪੇਨ ਕਰਨੀ ਆ। ਮਹੀਨੇ ਬਾਅਦ ਜਦੋਂ ਮੈਂ ਮੁੜ ਕੇ ਘਰੇ ਆਉਣਾ ਤਾਂ ਬੱਚਿਆਂ ਨੇ ਮੈਨੂੰ ਇਹ ਫਰਮਾਇਸ਼, ਜਦੋਂ ਬਾਕੀ ਫਰਮਾਇਸ਼ਾਂ ਤਾਂ ਕਰਨੀ, ਇਹ ਫਰਮਾਇਸ਼ ਉਚੇਚੇ ਤੌਰ ਤੇ ਕਰਨੀ ਕਿ ਪਾਪਾ ਸਾਈਕਲ ਲੈ ਕੇ ਦਿਓ, ਹੈ ਨਾ। ਸੋ ਉਹਨਾਂ ਨੂੰ ਬਾਰ-ਬਾਰ ਇਹ ਕਹਿਣਾ ਕਿ ਕੋਈ ਗੱਲ ਨਹੀਂ ਬੇਟਾ, 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਲੈਣ ਦਿਓ, ਆਪਾਂ ਦੁਬਾਰਾ ਕੰਮ ਸਟਾਰਟ ਕਰਕੇ ਤੇ ਫਿਰ ਤੁਹਾਨੂੰ ਸਾਈਕਲ ਲੈ ਕੇ ਦੇਵਾਂਗੇ। ਤੇ ਉਹਨਾਂ ਨੇ ਮੈਨੂੰ ਕਿਹਾ, ਗੁਰਪ੍ਰੀਤ ਘੁੱਗੀ ਜੀ ਨੇ, ਕਿ ਸੁਖਦੀਪ ਇਸ ਤਰ੍ਹਾਂ ਹੁੰਦਾ ਕਿ ਪਾਰਟੀਆਂ ਵਿੱਚ ਇਕੱਲਾ ਟਿਕਟ ਨਹੀਂ ਹੁੰਦੀ, ਹੋਰ ਬੜਾ ਕੁਝ ਹੁੰਦਾ। ਮੈਂ ਕਿਹਾ ਜੀ ਮੈਂ ਤਾਂ ਮੰਗੀ ਨਹੀਂ। ਮੈਂ ਕਿਹਾ ਜੀ ਫਿਰ ਤੁਸੀਂ ਇੱਦਾਂ ਕਰੋ, ਹੁਣ ਉੱਧਰ ਤਾਂ ਮੈਂ ਜਾਣਾ ਹੀ ਨਹੀਂ ਹੈ, ਹੈ ਨਾ, ਕਿ ਉੱਥੇ ਤਾਂ ਹੁਣ ਤੁਸੀਂ ਕਹਿਤਾ ਟਿਕਟ ਕਿਸੇ ਹੋਰ ਨੂੰ ਦੇਣੀ ਹੈ, ਤੁਸੀਂ ਮੈਨੂੰ ਐਂ ਦੱਸੋ ਕੰਮ ਦਿਓ ਮੈਨੂੰ, ਹੋਰ ਕੀ ਦੇਣਾ। ਬਹੁਤ ਸਾਰੇ ਇਹੋ ਜਿਹੇ ਪਲ ਜਿਹੜੇ ਕਿ ਮੈਂ ਸਮਾਂ ਆਪਣੇ ਬੱਚਿਆਂ ਨੂੰ ਦੇਣਾ ਸੀਗਾ। ਉਹ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਉਸ ਸਮੇਂ ਦੇ ਵਿੱਚ ਮੈਂ ਗਰੋ ਕਰਨੀ ਸੀ, ਬੱਚਿਆਂ ਬਾਰੇ ਸੋਚਣਾ ਸੀਗਾ ਕਿ ਬੱਚਿਆਂ ਦੇ ਫਿਊਚਰ ਕਿਵੇਂ ਬਣਾਉਣਾ, ਹੈ ਨਾ। ਉਹ ਸਮਾਂ ਜਿਹੜਾ ਬਰਬਾਦ ਹੋਇਆ ਉਹਦਾ ਦੁੱਖ ਬੜਾ। ਪਾਰਟੀਆਂ ਦਾ ਬਾਕੀ ਵੀ ਇਹੋ ਜਿਹਾ ਕਰਦੀਆਂ ਹੋਣਗੀਆਂ, ਯੂਜ਼ ਐਂਡ ਥਰੋ ਦਾ ਫਾਰਮੂਲਾ ਜਿਹੜਾ ਆ ਬਾਕੀ ਪਾਰਟੀਆਂ ਵੀ ਵਰਤਦੀਆਂ ਹੋਣਗੀਆਂ, ਬਟ ਇਹ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਕਿ ਯੂਜ਼ ਐਂਡ ਥਰੋ ਐਂਡ ਡਿਸਟਰੋਏ। ਪਹਿਲਾ ਕਾਰਨ ਇਹ ਹੈ ਕਿ ਪਾਰਟੀ ਵਿੱਚ ਸਟੇਟ ਲੈਵਲ ਤੇ ਕੰਮ ਕੀਤਾ। ਸਟੇਟ ਲੈਵਲ ਤੇ ਕੰਮ ਕਰਨ ਤੋਂ ਬਾਅਦ ਮਹਿਸੂਸ ਹੋਇਆ ਕਿ ਜੋ ਮੈਂ ਸੋਚਦਾ ਸੀ ਕਿ ਇੱਕ ਅੰਦੋਲਨ ਆ, ਇੱਕ ਕ੍ਰਾਂਤੀਕਾਰੀ ਲੋਕ ਇਹ ਕਹਿੰਦੇ ਸੀ ਅਸੀਂ ਸਿਸਟਮ ਬਦਲਣ ਆਏ ਆ, ਉਹ ਆਪ ਜਿਹੜੇ ਬਦਲ ਗਏ। ਕਿ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦਾ ਖੁਦ ਦਾ ਸੀਗਾ ਕਿ 2 ਸਾਲ ਤੋਂ ਇਹਨਾਂ ਦੇ ਕਾਨੂੰਨ ਦੇ ਵਿੱਚ ਸੀ ਪਾਰਟੀ ਦੇ ਕਿ 2 ਸਾਲ ਤੋਂ ਵੱਧ ਕੋਈ ਕਨਵੀਨਰ ਨਹੀਂ ਬਣ ਸਕਦਾ, ਤੇ ਉਹਨਾਂ ਨੇ ਕਾਨੂੰਨ ਹੀ ਚੇਂਜ ਕਰ ਲਿਆ। ਭਗਵੰਤ ਮਾਨ ਜੀ ਦਾ ਬੜਾ ਰੌਲਾ ਕੀ ਪਾਉਂਦੇ ਆ ਕਿ ਜੀ ਉਹ ਜਿੱਦਾਂ ਪਿੱਛੇ ਜੇ ਤੁਹਾਨੂੰ ਪਤਾ ਕਿ ਸ਼ਰਾਬ ਪੀਂਦੇ ਜਾਂ ਕਿੱਦਾਂ, ਹੈ ਨਾ। ਉਸ ਵੇਲੇ ਮੈਂ ਪਾਰਟੀ 'ਚ ਸੀਗਾ, ਮੈਂ ਵੀ ਡਿਫੈਂਡ ਕਰਦਾ ਰਿਹਾ ਕਿਤੇ ਨਾ ਕਿਤੇ, ਹੈ ਨਾ। ਬਟ ਆਪਣੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਯਾਰ ਇਕੱਲਾ ਭਗਵੰਤ ਮਾਨ ਹੀ ਕਿਉਂ। ਸੋ ਜੇ ਆਪਾਂ ਕਹੀਏ ਕਿ ਮੈਨੂੰ ਅਫਸੋਸ ਸਿਰਫ ਇਸ ਗੱਲ ਦਾ ਹੁੰਦਾ ਆ ਕਿ ਮੈਂ ਸਮਾਂ ਇਹ ਸੋਚ ਕੇ ਆਪਣਾ ਬਰਬਾਦ ਕੀਤਾ ਸੀਗਾ ਕਿ ਪੰਜਾਬ ਨੂੰ ਬਦਲਣਾ, ਪਰ ਜਿਨ੍ਹਾਂ ਤੇ ਆਸ ਸੀ ਕਿ ਇਹ ਪੰਜਾਬ ਨੂੰ ਬਦਲਣਗੇ ਉਹ ਖੁਦ ਬਦਲਣਗੇ। ਜਦ ਤੱਕ ਚੰਗੇ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਕਿ ਚਾਹੁੰਦੀ ਆ ਕਿ ਪੰਜਾਬ ਦਾ ਅਸੀਂ ਸਿਸਟਮ ਬਦਲਣਾ, ਅਸੀਂ ਕੁਝ ਚੰਗਾ ਕਰਨਾ ਆਪਣੇ ਲੋਕਾਂ ਦੇ ਲਈ, ਜਦ ਤੱਕ ਉਹ ਨਹੀਂ ਆਉਂਦੇ, ਜੇ ਉਹ ਨਹੀਂ ਆਉਂਦੇ ਉਹ ਜਗ੍ਹਾ ਖਾਲੀ ਛੱਡ ਦਿੰਦੇ, ਤੇ ਉਸ ਜਗ੍ਹਾ ਤੇ ਫਿਰ ਕਰਪਟ ਲੋਕਾਂ ਨੇ ਆਉਣਾ ਹੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਪ੍ਰੋਗਰਾਮ ਹੈ ਜੀ ਪੰਜਾਬੀ ਸੱਥ। ਪੰਜਾਬੀ ਸੱਥ ਦੇ ਵਿੱਚ ਅਸੀਂ ਬਹੁਤ ਵਾਰੀ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪਰ ਅੱਜ ਰੰਗ ਕੁਝ ਕੁਦਰਤ ਦੇ ਹੋਣਗੇ ਔਰ ਰੰਗ ਹੋਣਗੇ ਦੁਨੀਆਦਾਰੀ ਦੇ, ਕਿਉਂਕਿ ਅਸੀਂ ਬਾਹਰ ਨਿਕਲੇ ਆਪਣੇ ਸਟੂਡੀਓ ਤੋਂ ਔਰ ਅੱਜ ਅਸੀਂ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ। ਸਿਆਸਤ ਸਾਡਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਕਹਿੰਦੇ ਨੇ ਕਿ ਘਰ ਦੇ ਵਿੱਚ ਸਿਆਸਤ, ਘਰ ਦੇ ਬਾਹਰ ਸਿਆਸਤ ਲੱਗਦੀ ਹੈ, ਪਿੰਡ ਮੁਹੱਲਾ, ਹੱਟੀਆਂ ਭੱਠੀਆਂ, ਸ਼ਹਿਰਾਂ ਦੇ ਵਿਚਕਾਰ ਸਿਆਸਤ ਲੱਗਦੀ ਹੈ। ਕੀ ਪਤਾ ਲੱਗਦਾ ਹੈ ਕਿਹੜਾ ਕਿਹੜੇ ਦਲ ਨਾਲ ਜੁੜਿਆ ਹੈ। ਵੋਟਾਂ ਦੇ ਵਿੱਚ ਤੇਰੇ ਸਿਰ ਤੇ ਬਦਲੀ ਦਸਤਾਰ ਸਿਆਸਤ ਲੱਗਦੀ ਹੈ। ਸਿਆਸਤ ਬਹੁਤ ਸਾਰੇ ਰੰਗ ਦਿਖਾਉਂਦੀ ਹੈ, ਪਰ ਸਿਆਸਤ ਆਮ ਤੌਰ ਤੇ ਨੌਜਵਾਨਾਂ ਦੇ ਸਿਰ ਤੇ ਟਿਕੀ ਹੁੰਦੀ ਹੈ। ਨੌਜਵਾਨਾਂ ਨੂੰ ਕਹਿੰਦੀ ਹੈ ਕਿ ਇਹ ਸਾਡੇ ਦੇਸ਼ ਦੀ, ਸਾਡੇ ਸਮਾਜ ਦੀ, ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਨੇ, ਪਰ ਸਿਆਸਤ ਵਾਲੇ ਹਮੇਸ਼ਾ ਨੌਜਵਾਨਾਂ ਨੂੰ ਹੱਥ ਠੋਕੇ ਵਾਂਗੂ ਵਰਤ ਕੇ ਸੁੱਟ ਦਿੰਦੇ ਨੇ ਔਰ ਉਸੇ ਨੌਜਵਾਨ ਜਿਨ੍ਹਾਂ ਨੂੰ ਉਹ ਰੀੜ੍ਹ ਦੀ ਹੱਡੀ ਕਹਿੰਦੇ ਨੇ, ਉਹਨਾਂ ਦੀ ਰੀੜ੍ਹ ਦੀ ਹੱਡੀ ਕੱਢ ਕੇ ਨਕਾਰਾ ਕਰਕੇ ਉਹਨਾਂ ਨੂੰ ਅੱਗੇ ਲੰਘ ਜਾਂਦੇ ਨੇ, ਜਾਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਜਾਂਦੇ ਨੇ, ਤੇ ਜਾਂ ਫਿਰ ਸੰਸਦ ਵਿੱਚ ਕੁਰਸੀਆਂ ਮੱਲ ਕੇ ਬੈਠ ਜਾਂਦੇ ਨੇ। ਅਜਿਹੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਹੋਣਗੇ ਕਿ ਜਿਨ੍ਹਾਂ ਨੂੰ ਇਸ ਸਿਆਸਤ ਨੇ ਵਰਤਿਆ ਤੇ ਮੁੜ ਕੇ ਬਾਤ ਨਹੀਂ ਪੁੱਛੀ, ਭਾਵੇਂ ਉਹਨਾਂ ਦੇ ਉੱਪਰ ਪਰਚੇ ਚੱਲਦੇ ਹੋਣ, ਕੇਸ ਚੱਲਦੇ ਹੋਣ, ਬਹੁਤ ਵੱਡੇ ਉਹਨਾਂ ਨੇ ਨੁਕਸਾਨ ਚੱਲੇ ਹੋਣ। ਔਰ ਸਾਡੇ ਨਾਲ ਅੱਜ ਪ੍ਰੋਗਰਾਮ ਪੰਜਾਬੀ ਸੱਥ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਔਰ ਪੰਜਾਬ ਪੱਧਰ ਦੇ, ਸੂਬਾ ਪੱਧਰ ਦੇ ਉਹਨਾਂ ਦੇ ਆਗੂ ਰਹੇ ਨੇ, ਨੌਜਵਾਨ ਆਗੂ ਸੁਖਦੀਪ ਸਿੰਘ ਅਪਰਾ ਜੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਅਪਰਾ ਸਾਹਿਬ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ। ਧੰਨਵਾਦ ਜੀ। ਸਭ ਤੋਂ ਪਹਿਲਾਂ ਪੰਜਾਬੀ ਨੈਸ਼ਨਲ ਟੀਵੀ ਦੇ ਜਿੰਨੇ ਵੀ ਦਰਸ਼ਕ ਨੇ, ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡਾ ਤੇ ਤੁਹਾਡੀ ਟੀਮ ਦਾ ਉਚੇਚੇ ਤੌਰ ਤੇ ਅੱਜ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਜੀ। ਜੀ ਅਪਰਾ ਸਾਹਿਬ, ਗੱਲ ਇਹ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ, ਕਿਉਂਕਿ ਤੁਸੀਂ ਸਿਆਸਤ ਵਿੱਚ ਆਏ ਹੋ, ਕੀ ਸੋਚ ਕੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ? ਕੀ ਸੋਚ ਸੀ ਉਸ ਵੇਲੇ?
ਅਸਲ ਵਿੱਚ ਆਮ ਆਦਮੀ ਪਾਰਟੀ ਉਸ ਵੇਲੇ ਬਣੀ ਵੀ ਹੈ ਨਹੀਂ ਸੀਗੀ। ਮੇਰੀ ਖੁਦ ਦੀ ਇੱਕ ਸੋਚ ਸੀ ਕਿ ਮੈਂ ਸਮਾਜ ਲਈ, ਖਾਸ ਕਰਕੇ ਪੰਜਾਬ ਦੇ ਲਈ ਕੁਝ ਨਾ ਕੁਝ ਕਰੀਏ, ਹੈ ਨਾ। ਤੇ ਇਸ ਤੋਂ ਪਹਿਲਾਂ ਸਾਡੇ ਇੱਥੇ ਬੜੀ ਇੱਕ ਮਹਾਨ ਸ਼ਖਸੀਅਤ ਰਹੇ ਨੇ ਕੁਲਵੀਰ ਸਿੰਘ ਬੜਾ ਪਿੰਡ, ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ। ਤੇ ਸਭ ਤੋਂ ਪਹਿਲਾਂ ਸਿਆਸਤ ਜਿਹੜੀ ਮੇਰੀ ਉੱਥੋਂ ਸਟਾਰਟ ਹੁੰਦੀ ਹੈ ਜੀ। ਉਹਨਾਂ ਦੀ ਚੋਣ ਵੇਲੇ 3 ਮਹੀਨੇ ਲਗਾਤਾਰ ਉਹਨਾਂ ਦੇ ਨਾਲ ਰਿਹਾ। ਉਹਨਾਂ ਦਾ ਸਾਥ ਇਸ ਕਰਕੇ ਦਿੱਤਾ ਕਿ ਇਹੋ ਜਿਹੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਆਪਣਾ ਕੁਰਬਾਨੀ ਦੇ ਕੇ ਤੇ ਸਾਡੇ ਲੋਕਾਂ ਲਈ ਬੜਾ ਕੁਝ ਕੀਤਾ ਸੀਗਾ। ਸੋ ਮਨ ਦੇ ਵਿੱਚ ਇੱਕ ਸੀ ਕਿ ਅਸੀਂ ਪੰਜਾਬ ਦੇ ਲਈ ਉਸ ਵੇਲੇ ਇੱਕ ਬੜਾ ਰੁਝਾਨ, ਗਲਤ ਰੁਝਾਨ ਇਹੋ ਜਿਹਾ ਬਣਿਆ ਸੀ ਕਿ ਨਸ਼ਿਆਂ ਦਾ। ਨਸ਼ਿਆਂ ਦੇ ਨਾਲ ਮੇਰੇ 2 ਬੱਚੇ ਆ ਜੀ, ਬੇਟੀ ਆ, ਇੱਕ ਬੇਟਾ। ਤੇ ਮੈਨੂੰ ਆਪਣੇ ਆਪ ਨੂੰ ਐਂ ਲੱਗਦਾ ਸੀਗਾ ਕਿ ਜੇ ਇਹੋ ਹੀ ਸਿਸਟਮ ਚੱਲਦਾ ਰਿਹਾ ਪੰਜਾਬ ਦਾ ਤਾਂ ਕਿਤੇ ਐਂ ਨਾ ਹੋਵੇ ਕਿ ਕੱਲ੍ਹ ਨੂੰ ਮੇਰੇ ਬੱਚੇ ਵੀ ਕਿਤੇ ਨਸ਼ਿਆਂ ਦੀ ਇਸ ਦਲਦਲ ਦੇ ਵਿੱਚ ਫਸ ਜਾਣ, ਜਾਂ ਹੋਰ ਵੀ ਫਸ ਰਹੇ ਉਹ ਵੀ ਮੇਰੇ ਭੈਣ ਭਰਾ ਬੱਚੇ, ਉਹ ਸਾਰੇ ਆਪਣੇ ਹੀ ਲੋਕ ਆ। ਤੇ ਮੈਂ ਸੋਚਦਾ ਸੀਗਾ ਅਸੀਂ ਕੁਝ ਨਾ ਕੁਝ ਕਰੀਏ। ਤੇ ਦਿੱਲੀ ਵਿੱਚ ਅੰਨਾ ਅੰਦੋਲਨ ਤੋਂ ਬਾਅਦ ਇੱਕ ਸੰਘਰਸ਼ ਤੋਂ ਉਪਜੀ ਹੋਈ ਆਮ ਆਦਮੀ ਪਾਰਟੀ, ਜਿਹਦੇ ਤੋਂ ਮੈਨੂੰ ਖੁਦ ਨੂੰ ਇੱਕ ਆਸ ਜਾਗੀ ਕਿ ਇੱਕ ਆਮ ਸੰਘਰਸ਼ਸ਼ੀਲ ਲੋਕਾਂ ਦੀ ਇੱਕ ਪਾਰਟੀ ਤੇ ਅੰਦੋਲਨ ਕਰਨ ਵਾਲੇ ਲੋਕ, ਇਨਕਲਾਬੀ ਲੋਕ ਇਸ ਪਾਰਟੀ 'ਚ ਹੈਗੇ ਆ, ਤਾਂ ਮੈਨੂੰ ਇਸ ਪਾਰਟੀ ਦਾ ਸਾਥ ਦੇਣਾ ਚਾਹੀਦਾ। ਇਸ ਕਰਕੇ ਇਹ ਸੋਚਿਆ ਸੀਗਾ ਇਹ ਪਾਰਟੀ ਜੀ। ਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਲੱਭਿਆ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਸੁਖਦੀਪ ਅਪਰਾ ਨੂੰ ਲੱਭਿਆ? ਕਿਉਂਕਿ ਬੰਦਾ ਕਈ ਵਾਰ ਹੁੰਦਾ ਨਾ ਕਿ ਅਚਾਨਕ ਨਜ਼ਰ ਪੈ ਜਾਂਦੀ ਕਿ ਨਹੀਂ ਯਾਰ ਇਸ ਬੰਦੇ ਨੂੰ ਲੱਭ ਲਓ, ਇਹ ਆਪਣੀ ਪਾਰਟੀ ਵਾਸਤੇ ਲਾਹੇਵੰਦ ਹੋ ਸਕਦਾ, ਕਿ ਜਾਂ ਫਿਰ ਅਪਰਾ ਸਾਹਿਬ ਨੇ ਸੋਚਿਆ ਕਿ ਨਹੀਂ ਯਾਰ ਇਸ ਪਾਰਟੀ ਦੇ ਨਾਲ ਰਲ ਕੇ ਆਪਾਂ ਕੁਝ ਬਦਲ ਸਕਦੇ ਹਾਂ? ਜੋਗੀ ਸਾਹਿਬ, ਇਸ ਤਰ੍ਹਾਂ ਆ ਕਿ ਮੇਰੀ ਸ਼ੁਰੂ ਤੋਂ ਤੇ ਹੁਣ ਵੀ ਇਹ ਸੋਚ ਕਦੇ ਨਹੀਂ ਰਹੀ ਕਿ ਮੈਂ ਕੋਈ ਅਹੁਦਾ ਲੈਣਾ ਜਾਂ ਮੈਂ ਕੋਈ ਬੱਲੇ ਬੱਲੇ ਲਈ ਸਿਆਸਤ ਵਿੱਚ ਆਉਣਾ। ਸੋ ਉਸ ਵੇਲੇ ਵੀ ਇਸ ਤਰ੍ਹਾਂ ਸੀਗਾ ਕਿ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਚੋਣ ਲੜੀ ਤੇ ਉਸ ਵੇਲੇ ਸੋਸ਼ਲ ਮੀਡੀਆ ਉੱਪਰ ਦਿੱਲੀ ਵਿੱਚ ਸਾਡੇ ਰਿਸ਼ਤੇਦਾਰ ਹੈਗੇ, ਉਹਨਾਂ ਨੂੰ ਵੀ ਫੋਨ ਕਰ ਕਰਕੇ ਤੇ ਸੋਸ਼ਲ ਮੀਡੀਆ ਉੱਪਰ ਵੀ ਪ੍ਰਚਾਰ ਵੱਧ ਤੋਂ ਵੱਧ ਕੀਤਾ ਕਿ ਤੁਸੀਂ ਇਸ ਪਾਰਟੀ ਦਾ ਸਾਥ ਦਿਓ। ਤੇ ਉਸ ਤੋਂ ਬਾਅਦ 2014 ਵੇਲੇ ਵੀ ਸਮਝ ਲਓ ਕਿ ਐਂ ਹੋਣਾ ਅੱਧੀ ਰਾਤ ਤੱਕ ਵੀ ਉਹਨਾਂ ਨੇ ਨਾ ਇੱਕ ਨੰਬਰ ਦਿੱਤਾ ਹੋਇਆ ਸੀਗਾ ਕਿ ਉਸ ਨੰਬਰ ਤੋਂ ਤੁਸੀਂ ਕਿਤੋਂ ਵੀ ਇੰਡੀਆ 'ਚੋਂ ਕਾਲ ਕਰੋ, ਉਹ ਦਿੱਲੀ ਦੇ ਕਿਸੇ ਵੋਟਰ ਨੂੰ ਲੱਗਦੀ ਸੀ। ਤੇ ਕਾਫੀ ਦੇਰ, ਮੇਰੇ ਖਿਆਲ 3-3 4-4 ਘੰਟੇ ਕਾਲਾਂ ਕਰੀ ਜਾਣੀਆਂ, ਬੰਦਿਆਂ ਨੂੰ ਕੰਪੈਲ ਕਰੀ ਜਾਣਾ ਕਿ ਨਹੀਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ, ਹੈ ਨਾ। ਸੋ ਫਿਰ 2014 ਤੋਂ ਬਾਅਦ ਜਦੋਂ MP ਦੀਆਂ ਚੋਣਾਂ ਹੋਈਆਂ, MP ਚੋਣਾਂ ਤੋਂ ਪਹਿਲਾਂ ਉਦੋਂ ਜਲੰਧਰ ਦੇ ਕਨਵੀਨਰ ਸੀਗੇ ਜੋਗਿੰਦਰ ਸਿੰਘ ਮੁਲਤਾਨੀ ਜੀ, ਤੇ ਉਹਨਾਂ ਨੂੰ ਦਿੱਲੀ ਤੋਂ ਕਾਲ ਆਈ ਕਿ ਕੋਈ ਸੁਖਦੀਪ ਅਪਰਾ ਨਾਂ ਦਾ ਬੰਦਾ ਆ ਕਿ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਆ, ਕਿ ਉਹਨੂੰ ਲੱਭੋ ਕਿੱਥੇ ਆ। ਉਹਨਾਂ ਨੇ ਹਲਕੇ ਦੇ ਜਿਹੜੇ 1-2 ਸੱਜਣ ਸੀਗੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹ ਲੱਭਦੇ ਮੈਨੂੰ ਮੇਰੀ ਦੁਕਾਨ ਤੇ ਆਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਤੁਸੀਂ ਕੰਮ ਕਰੋ। ਤੇ ਉਦੋਂ ਉਹਨਾਂ ਦੀ ਹੈਲਪ ਕੀਤੀ, ਮੀਟਿੰਗਾਂ ਕਰਾਈਆਂ, ਬੰਦੇ ਜੁਆਇਨ ਵੀ ਕਰਵਾਏ ਇੱਥੇ ਆਪਣੇ ਦੇ। ਤੇ ਪਰ ਉਦੋਂ ਵੀ ਇੰਨੀ ਇੱਛਾ ਨਹੀਂ ਸੀ ਕਿ ਇਸ ਪੱਧਰ ਤੱਕ ਅਸੀਂ ਕੰਮ ਕਰਨਾ ਪਾਰਟੀ ਲਈ। ਬਸ ਇਹ ਸੀਗਾ ਕਿ ਅਸੀਂ ਸਾਥ ਦੇਈਏ ਜਿੰਨਾ ਵੀ ਹੋ ਸਕਦਾ। ਬਿਲਕੁਲ। ਔਰ ਸਾਥ ਦਿੱਤਾ ਤੁਸੀਂ ਪਾਰਟੀ ਦਾ, ਔਰ ਅਪਰਾ ਸਾਹਿਬ ਬਹੁਤ ਮਿਹਨਤ ਕਰਦੇ ਰਹੇ ਔਰ ਪਾਰਟੀ ਦੇ ਵਾਸਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਦੇ ਵਿੱਚ ਵੀ ਰਹੇ ਔਰ ਹਾਈ ਕਮਾਨ ਵੀ ਦੇਖਦੀ ਰਹੀ ਆਮ ਆਦਮੀ ਪਾਰਟੀ ਦੀ। ਔਰ ਅਪਰਾ ਸਾਹਿਬ ਨੂੰ ਬਹੁਤ ਵੱਡੇ ਪੱਧਰ ਤੇ ਇੱਕ ਯੂਥ ਆਗੂ ਹੋਣ ਦੇ ਨਾਲ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਿਹੜੀਆਂ ਜ਼ਿੰਮੇਵਾਰੀਆਂ ਤੇ ਤੁਸੀਂ ਕੰਮ ਕਰਦੇ ਰਹੇ ਹੋ? ਇਸ ਤਰ੍ਹਾਂ ਜੀ, ਪਹਿਲਾਂ ਤਾਂ ਸਟਾਰਟਿੰਗ ਤਾਂ ਮੈਂ ਅਪਰੇ ਦਾ ਦੇਖਦਾ ਸੀਗਾ, ਫਿਰ ਉਸ ਤੋਂ ਬਾਅਦ ਪਾਰਟੀ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਹਲਕਾ ਇੰਚਾਰਜ ਫਲੋਰ ਦਾ ਉਹ ਨਿਯੁਕਤ ਕੀਤਾ। 7-8 ਮਹੀਨੇ ਹਲਕਾ ਇੰਚਾਰਜ ਬਣ ਕੇ ਆਪਣੇ ਸਾਥੀਆਂ ਦੀ ਹੈਲਪ ਦੇ ਨਾਲ, ਇਕੱਲਾ ਬੰਦਾ ਤੁਹਾਨੂੰ ਪਤਾ ਕੁਝ ਨਹੀਂ ਕਰ ਸਕਦਾ, ਹੈ ਨਾ। ਸਾਥੀਆਂ ਦੀ ਹੈਲਪ ਦੇ ਨਾਲ ਮੈਂ ਪਾਰਟੀ ਨੂੰ ਫਲੋਰ ਦੇ ਵਿੱਚ ਸਟਰੋਂਗ ਕੀਤਾ। ਤੇ ਫਿਰ ਉਸ ਤੋਂ ਬਾਅਦ ਦਿੱਲੀ ਟੀਮ ਆਈ। ਦਿੱਲੀ ਟੀਮ ਨੇ ਆਪਣੇ ਨਵੇਂ ਸਿਰਿਓਂ ਸਟਰਕਚਰ ਜਿਹੜਾ ਤਿਆਰ ਕੀਤਾ ਤੇ ਉਹਨਾਂ ਨੇ ਫਿਰ ਮੇਰੇ ਕੰਮ ਨੂੰ ਦੇਖਦੇ ਹੋਏ, ਕਿਉਂਕਿ ਜਦ ਸਟਰਕਚਰ ਭੰਗ ਕਰਕੇ ਦੁਬਾਰਾ ਸਟਾਰਟ ਕੀਤਾ ਨਾ, ਤੇ ਉਸ ਵੇਲੇ ਇੱਦਾਂ ਕੁਛ ਕੁ ਲੋਕ ਜਿਨ੍ਹਾਂ ਨੂੰ ਇੱਕ ਚਾਹ ਹੁੰਦੀ ਆ ਕਿ ਅਸੀਂ ਕੋਈ ਅਹੁਦੇ ਜਾਂ ਕੁਛ ਹਾਸਲ ਕਰਨਾ, ਸਾਨੂੰ ਤਾਂ ਹੈ ਨਹੀਂ ਸੀ ਉਹ। ਤੇ ਉਸ ਵੇਲੇ ਜਦ ਦਿੱਲੀ ਵਾਲੇ ਆਉਂਦੇ ਸੀ ਮੀਟਿੰਗਾਂ ਕਰਨ, ਤੇ ਮੈਂ ਖੁਦ ਆਪ ਦਰੀਆਂ ਵਿਛਾਉਂਦਾ ਹੁੰਦਾ ਸੀ ਤੇ ਦਰੀਆਂ ਝਾੜ ਕੇ ਇਕੱਠੀਆਂ ਕਰਦਾ ਹੁੰਦਾ ਸੀਗਾ। ਤਾਂ ਉਹਨਾਂ ਨੇ ਹੋਰ ਵੀ ਕਾਫੀ ਕੁਝ ਦੇਖਿਆ। ਇੱਕ ਥੋੜ੍ਹਾ ਬਹੁਤਾ ਮੈਨੂੰ ਬੋਲਣ ਦਾ ਵੀ ਤਜਰਬਾ ਹੋ ਗਿਆ ਸੀਗਾ, ਸਪੀਚ ਕਰਨ ਦਾ। ਸੋ ਉਹਨਾਂ ਨੇ ਮੈਨੂੰ ਫਿਰ ਜਲੰਧਰ ਜ਼ੋਨ ਬਣਿਆ ਸੀਗਾ ਜੀ, ਜਿਹੜਾ ਲੋਕ ਸਭਾ ਦਾ ਜਿੰਨਾ ਹੈਗਾ, ਲੋਕ ਸਭਾ ਜ਼ੋਨ ਦਾ ਮੈਨੂੰ ਯੂਥ ਦਾ ਪ੍ਰਧਾਨ ਫਿਰ ਉਹਨਾਂ ਨੇ ਲਵਾਇਆ। ਤੇ ਉਸ ਤੋਂ ਬਾਅਦ ਹਰਜੋਤ ਬੈਂਸ ਜੋ ਪੰਜਾਬ ਦੇ ਪ੍ਰਧਾਨ ਸੀਗੇ ਯੂਥ ਵਿੰਗ ਦੇ, ਤੇ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਤੇ ਮੈਨੂੰ ਪੰਜਾਬ ਦੇ ਵਿੱਚ ਆਪਣੇ ਨਾਲ ਯੂਥ ਵਿੰਗ ਦਾ ਸਕੱਤਰ ਉਹਨਾਂ ਨੇ ਨਿਯੁਕਤ ਕੀਤਾ। ਤੇ ਉਸ ਤੋਂ ਬਾਅਦ ਪੂਰੇ ਪੰਜਾਬ 'ਚ ਕੰਮ ਕੀਤਾ ਅਸੀਂ।
320 ਕਿਲੋਮੀਟਰ ਦੀ ਪੈਦਲ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਅਸੀਂ ਫਿਰੋਜ਼ਪੁਰ ਕੀਤੀ ਸੀਗੀ ਤੇ ਉਹ ਵੀ ਸਾਰਾ ਮੈਂ ਤੇ ਹਰਜੋਤ ਬੈਂਸ ਨੇ ਮਿਲ ਕੇ ਸਾਰਾ ਇਹ ਟੀਚਾ ਜਿਹੜਾ ਤਿਆਰ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਪਾਰਟੀ ਨੇ ਕਿਹਾ ਮੈਨੂੰ ਕਿ ਤੂੰ ਨਕੋਦਰ ਤੋਂ ਚੋਣ ਲੜ, ਹਨਾ। ਅੱਛਾ। ਮੰਗਿਆ ਅੱਜ ਤੱਕ ਮੈਂ ਪਾਰਟੀ ਤੋਂ ਕੁਝ ਨਹੀਂ, ਪਾਰਟੀ ਨੇ ਚਲੋ ਮਾਣ ਬੜਾ ਦਿੱਤਾ, ਬਟ ਉਹ ਇੱਕ ਆਪਣੇ ਕੰਮ ਤੋਂ ਸੀਗਾ, ਹਨਾ, ਕਿ ਆਪਾਂ ਮਿਹਨਤ ਕੀਤੀ ਤੇ ਉਹਦਾ ਚਲੋ ਮਿਲਦਾ ਰਿਹਾ। ਤੇ ਪਾਰਟੀ ਨੇ ਕਿਹਾ ਕਿ ਨਕੋਦਰ ਤੋਂ ਤੈਨੂੰ ਚੋਣ ਲੜਾਉਣੀ ਆ। ਮੈਂ ਕਿਹਾ ਜੀ 7 ਵਚਨ। ਫਿਰ ਪਾਰਟੀ ਨੇ ਮੈਨੂੰ ਬੁਲਾ ਕੇ ਕਿਹਾ ਚੋਣਾਂ ਦੀ। ਅੱਛਾ, ਜਦੋਂ ਨਕੋਦਰ ਤੋਂ ਚੋਣ ਲੜਨ ਲਈ ਕਹਿ ਦਿੱਤਾ ਤੁਹਾਨੂੰ, ਤੇ ਫਿਰ ਨਕੋਦਰ ਫਿਰ ਜਾਣ ਲੱਗ ਪਏ ਸੀ, ਸਰਗਰਮੀਆਂ ਆਰੰਭ ਦਿੱਤੀਆਂ ਸੀਗੀਆਂ, ਤਿਆਰੀਆਂ ਕਰ ਦਿੱਤੀਆਂ ਸੀ? ਹਾਂਜੀ ਬਿਲਕੁਲ ਜੀ। ਨਕੋਦਰ ਵੀ ਦੇਖੋ, ਨਕੋਦਰ ਦਾ ਪਾਰਟੀ ਨੇ ਕਿਹਾ ਸੀਗਾ। ਫਿਰ ਉਸ ਤੋਂ ਬਾਅਦ ਇੱਕ ਕੰਪੇਨ ਸਟਾਰਟ ਹੋਈ ਸੀ, ਪਰਿਵਾਰ ਜੋੜੋ। ਉਸ ਕੰਪੇਨ ਦੇ ਅਧੀਨ ਪਾਰਟੀ ਨੇ ਕਿਹਾ ਕਿ ਤੂੰ ਨਕੋਦਰ ਤਾਂ ਕਰਨਾ ਹੀ ਆ ਤੇ ਸ਼ਾਹਕੋਟ ਜਾ ਕੇ ਤੂੰ ਕੰਪੇਨ ਕਰ। ਤੇ 45 ਦਿਨ ਲਗਾਤਾਰ ਮੈਂ ਉੱਥੇ ਸ਼ਾਹਕੋਟ ਦੇ ਵਿੱਚ ਰਿਹਾ ਸੀਗਾ ਤੇ ਪੰਜਾਬ ਦੇ ਵਿੱਚ ਪਹਿਲੇ 3 ਮਤਲਬ ਟੌਪ ਦੇ ਜਿਹੜੇ ਸੀਗੇ ਵਰਕਰ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪਰਿਵਾਰ ਜੋੜੇ ਸੀ, ਉਹਨਾਂ ਪਹਿਲੇ 3 ਵਿੱਚੋਂ ਮੈਂ ਸੀਗਾ। ਤੇ ਨਕੋਦਰ ਦੀ ਜਿੰਨੀ ਟੀਮ ਸੀ ਉਹ ਸਾਰਿਆਂ ਦੇ ਨਾਲ ਮਤਲਬ ਪੂਰਾ ਸਹਿਯੋਗ ਦੇ ਕੇ ਰਲ ਮਿਲ ਕੇ ਉੱਥੇ ਵੀ ਕੰਪੇਨ ਨੂੰ ਪੂਰਾ ਵਧੀਆ ਢੰਗ ਦੇ ਨਾਲ ਚਲਾਇਆ ਜੀ। ਔਰ ਨਕੋਦਰ ਕੰਪੇਨ ਵਧੀਆ ਕੀਤੀ, ਪਹਿਲੇ 3 ਦੇ ਵਿੱਚ ਨਾਮ ਵੀ ਆਇਆ, ਸਾਰਾ ਕੁਝ ਹੋ ਗਿਆ, ਪਰ ਸੀਟ ਨਹੀਂ ਮਿਲੀ। ਇਹ ਕਿਉਂ? ਦੇਖੋ, ਮੈਂ ਪਹਿਲਾਂ ਕਹਿ ਚੁੱਕਾ, ਸੀਟ ਮੈਂ ਟਿਕਟ ਮੰਗੀ ਨਹੀਂ ਸੀ। ਪਾਰਟੀ ਨੇ ਕਿਹਾ ਕਿ ਮੈਂ ਕਿਹਾ ਜੀ 7 ਵਚਨ। ਫਿਰ ਮੈਨੂੰ ਇੱਕ ਦਿਨ ਫੋਨ ਆਇਆ ਕਿ ਸਟੇਟ ਆਫਿਸ ਚੰਡੀਗੜ੍ਹ ਤੈਨੂੰ ਬੁਲਾਇਆ, ਹਨਾ। ਮੈਂ ਗਿਆ, ਉੱਥੇ ਪੂਰੀ ਸਟੇਟ ਦੀ ਟੀਮ, ਉਸ ਵੇਲੇ ਗੁਰਪ੍ਰੀਤ ਘੁੱਗੀ ਜੀ ਪ੍ਰਧਾਨ ਸੀਗੇ ਤੇ ਭਗਵੰਤ ਮਾਨ ਜੀ, ਸੰਜੇ ਸਿੰਘ ਤੇ ਹੋਰ ਜੋ ਸਟੇਟ ਟੀਮ ਦੇ ਸਾਰੇ ਮੈਂਬਰ ਉੱਥੇ ਸੀਗੇ। ਤੇ ਉਹਨਾਂ ਨੇ ਮੈਨੂੰ ਕਿਹਾ, ਗੁਰਪ੍ਰੀਤ ਘੁੱਗੀ ਜੀ ਨੇ, ਕਿ ਸੁਖਦੀਪ ਇਸ ਤਰ੍ਹਾਂ ਹੁੰਦਾ ਕਿ ਪਾਰਟੀਆਂ ਵਿੱਚ ਇਕੱਲਾ ਟਿਕਟ ਨਹੀਂ ਹੁੰਦੀ, ਹੋਰ ਬੜਾ ਕੁਝ ਹੁੰਦਾ। ਮੈਂ ਕਿਹਾ ਜੀ ਮੈਂ ਤਾਂ ਮੰਗੀ ਨਹੀਂ, ਕਿ ਤੁਸੀਂ ਕਿਹਾ ਸੀਗਾ ਕਿ ਟਿਕਟ ਲੜ, ਤੇ ਮੈਂ ਕਹਿ ਦਿੱਤਾ ਜੀ ਕਿ 7 ਵਚਨ। ਤੁਸੀਂ ਕਹਿ ਦਿੱਤਾ ਕਿ ਟਿਕਟ ਨਹੀਂ ਤੈਨੂੰ ਲੜਾਉਣੀ। ਮੈਂ ਕਿਹਾ ਜੀ ਤਾਂ ਵੀ 7 ਵਚਨ ਹੈ। ਤੇ ਉਹ ਖੁਸ਼ ਹੋ ਗਏ, ਉਹਨਾਂ ਸਾਰਿਆਂ ਨੇ ਮੈਨੂੰ ਗਲਵੱਕੜੀ 'ਚ ਲਿਆ ਤੇ ਉਹਨਾਂ ਨੇ ਕਿਹਾ ਕਿ 27-28 ਲੋਕ ਜਿਹੜੇ ਆ ਅਸੀਂ ਬੁਲਾ ਕੇ ਉਹਨਾਂ ਨੇ ਸਮਝਾ ਚੁੱਕੇ ਆ, ਤੇ ਉਹਨਾਂ ਵਿੱਚੋਂ ਤੂੰ ਪਹਿਲਾਂ ਆ ਕਿ ਜਿਹਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਕਿ ਬਸ ਸਾਨੂੰ ਇਹ ਕਹਿਤਾ ਕਿ ਨਹੀਂ ਜੀ ਜਿੱਦਾਂ ਤੁਸੀਂ ਕਹੋਗੇ। ਸਗੋਂ ਮੈਂ ਉਲਟਾ ਉੱਥੇ ਇਹ ਕਿਹਾ, ਮੈਂ ਕਿਹਾ ਜੀ ਫਿਰ ਤੁਸੀਂ ਇਦਾਂ ਕਰੋ, ਹੁਣ ਨਕੋਦਰ ਤਾਂ ਮੈਂ ਜਾਣਾ ਹੀ ਨਹੀਂ ਹੈ, ਹਨਾ, ਕਿ ਉੱਥੇ ਤਾਂ ਹੁਣ ਤੁਸੀਂ ਕਹਿਤਾ ਟਿਕਟ ਕਿਸੇ ਹੋਰ ਨੂੰ ਦੇਣੀ ਹੈ, ਤੁਸੀਂ ਮੈਨੂੰ ਐਂ ਦੱਸੋ ਕੰਮ ਦਿਓ ਮੈਨੂੰ, ਹੋਰ ਕੀ ਦੇਣਾ। ਚਲੋ ਉਹ ਖੁਸ਼ ਹੋਏ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਮੈਨੂੰ ਡੋਰ ਟੂ ਡੋਰ ਕੰਪੇਨ ਜਿਹੜੀ ਪੂਰੇ ਪੰਜਾਬ ਦੀ, ਉਹਦਾ ਇੰਚਾਰਜ ਉਹ ਮੈਨੂੰ ਲਾਤਾ ਸੀਗਾ ਜੀ। ਅੱਛਾ, ਡੋਰ ਟੂ ਡੋਰ ਕੰਪੇਨ ਪੂਰੇ ਪੰਜਾਬ ਦੀ ਫਿਰ ਤੁਸੀਂ ਕੀਤੀ? ਹਰ ਪੰਜਾਬ ਦੇ ਪਿੰਡ ਦੇ ਵਿੱਚ ਗਏ ਹੋਵੋਗੇ, ਹਰ ਪੰਜਾਬ ਦਾ ਜਿਹੜਾ ਪਿੰਡ ਦੇਖਿਆ ਹੋਊਗਾ, ਘਰ ਘਰ ਗਏ ਹੋਵੋਗੇ, ਤੇ ਉਹ ਜਿਹੜੀ ਮੁਹਿੰਮ ਆ ਉਹਦੇ ਵਾਸਤੇ ਫਿਰ ਘਰ ਪਰਿਵਾਰ ਤੋਂ ਵੀ ਦੂਰ ਰਹਿਣਾ ਪਿਆ ਹੋਊਗਾ, ਘਰ ਵੱਖਰਾ ਤੁਸੀਂ ਵੱਖਰੇ, ਇਹ ਮੁਸ਼ਕਿਲ ਹਾਲਾਤ ਨਹੀਂ ਸੀ? ਇਹ ਕੰਪੇਨ ਤਕਰੀਬਨ ਤੁਸੀਂ ਐਂ ਦੇਖੋ ਕਿ ਚੋਣਾਂ ਤੋਂ 3-4 ਮਹੀਨੇ ਪਹਿਲਾਂ ਸਟਾਰਟ ਜਿਹੜੀ ਆ ਉਹ ਮੈਨੂੰ ਜਿਹੜਾ ਇੰਚਾਰਜ ਲਾਇਆ, ਬਟ ਉਸ ਤੋਂ ਪਹਿਲਾਂ ਵੀ ਲਗਭਗ ਤੁਸੀਂ ਐਂ ਦੇਖੋਗੇ 1.5 ਸਾਲ ਮੈਂ ਦੁਕਾਨ ਤੇ ਪੈਰ ਨਹੀਂ ਪਾਇਆ। ਤੇ 1.5 ਸਾਲ ਤਾਂ ਲਗਾਤਾਰ ਹੀ ਨਹੀਂ ਪੈਰ ਪਾਇਆ ਨਾ, ਕਿ ਇੱਕ ਵਾਰੀ ਦੁਕਾਨ ਤੋਂ ਨਿਕਲ ਗਿਆ, ਮੁੜ ਕੇ ਆਇਆ ਹੀ ਨਹੀਂ। ਤੇ 2 ਸਾਲ ਲਗਾਤਾਰ ਪਾਰਟੀ ਲਈ ਇੰਨੀ ਮਿਹਨਤ ਕੀਤੀ ਕਿ ਹਫ਼ਤੇ ਵਿੱਚ ਪਹਿਲੇ 6 ਮਹੀਨੇ ਵੀ ਜਿਹੜੇ ਪਾਰਟੀ ਦੇ ਲਾਏ ਆ, ਉਹ ਸਿਰਫ ਇੱਦਾਂ ਸੀਗਾ ਕਿ ਦੁਕਾਨ ਤੇ ਇੱਕ ਦਿਨ ਜਾਣਾ ਤੇ 5 ਦਿਨ 6 ਦਿਨ ਉਹ ਪਾਰਟੀ ਲਈ ਬਸ, ਨਾ ਸਮਝ ਲਓ ਕਿ 2 ਸਾਲ ਹੀ ਲਗਾਤਾਰ ਪਾਰਟੀ ਨੂੰ ਦਿੱਤੇ। ਤੇ ਉਸ ਤੋਂ ਬਾਅਦ ਜਿਹੜੀ ਕੰਪੇਨ ਸੀ ਉਹ ਤਾਂ ਸਮਝ ਲਓ ਕਿ ਪੰਜਾਬ ਦਾ ਹਰ ਇੱਕ ਕੋਨਾ, ਮੈਂ ਅਕਸਰ ਕਹਿੰਦਾ ਹੁੰਦਾ ਕਿ ਮੈਂ ਇੱਥੋਂ ਤੱਕ ਕਿ ਜਿੱਦਾਂ ਦਿੱਲੀ ਦੁੱਲੀ ਤੋਂ ਚਲੋ ਜਾਂਦੇ ਰਹੀਦਾ ਸੀ, ਪਰ ਪੰਜਾਬ ਦੇ ਉਹ ਕੋਨੇ ਸਮਝ ਲਓ ਕਿ ਪੰਜਾਬ ਦਾ ਸਾਰਾ ਬਾਰਡਰ ਦੇਖਿਆ ਹੋਇਆ ਜੀ। ਪਾਰਟੀ ਨੇ ਪੰਜਾਬ ਦਾ ਇਕੱਲਾ ਬਾਰਡਰ ਜਿਹੜਾ ਹੈ ਉਹ ਮੈਨੂੰ ਦਿਖਾਤਾ। ਤੇ ਤਕਰੀਬਨ 52 ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਜਾ ਕੇ ਇਸ ਚੀਜ਼ ਲਈ ਤਿਆਰ ਕੀਤਾ। ਇੱਕ ਟ੍ਰੇਨਿੰਗ ਸੀਗੀ ਜਿਹੜੀ ਕਿ ਮੈਂ ਖੁਦ ਤਿਆਰ ਕੀਤੀ ਸੀ ਕਿ ਤੁਸੀਂ ਕਿਵੇਂ ਡੋਰ ਟੂ ਡੋਰ ਕੰਪੇਨ ਕਰਨੀ ਆ। 52 ਕੈਂਡੀਡੇਟ ਸੀਗੇ, ਜਿਨ੍ਹਾਂ ਵਿੱਚੋਂ ਕੰਵਰ ਸੰਧੂ ਜੀ ਇਸ ਵੇਲੇ ਸਮਝ ਲਓ ਕਿ ਜਿਹੜੇ 20 ਕੈਂਡੀਡੇਟ ਸੀਗੇ ਉਹਨਾਂ ਵਿੱਚੋਂ 12-13 ਤਾਂ MLA ਬਣ ਗਏ ਸੀਗੇ, ਜਿਨ੍ਹਾਂ ਨੂੰ ਮੈਂ ਸਮਝਾ ਕੇ ਆਇਆ ਸੀ, ਦੱਸ ਕੇ ਆਇਆ ਸੀ, ਟ੍ਰੇਨਿੰਗ ਦੇ ਕੇ ਆਇਆ ਸੀਗਾ ਕਿ ਤੁਸੀਂ ਕਿਵੇਂ ਕੰਪੇਨ ਕਰਨੀ ਆ ਜੀ। ਔਰ ਸੁਖਦੀਪ ਅਪਰਾ ਨੇ ਬਹੁਤ, ਜਿਵੇਂ ਹੁਣ ਤੁਸੀਂ ਦੱਸਦੇ ਹੋ ਕਿ ਘਰ ਤੋਂ ਬਾਹਰ ਰਹੇ, ਦੁਕਾਨ ਤੋਂ ਬਾਹਰ ਰਹੇ, ਕੰਮਕਾਰ ਜਿਹੜਾ ਸਾਰਾ ਆ, ਕਿਉਂਕਿ ਜਾਂ ਤਾਂ ਹੋਵੇ ਨਾ ਬੰਦੇ ਦਾ ਕੋਈ ਬਹੁਤ ਵੱਡਾ ਕੋਈ ਕਾਰੋਬਾਰ ਹੋਵੇ ਤੇ ਉਹ ਸਰਵਾਈਵ ਕਰ ਜਾਂਦਾ। ਸੁਖਦੀਪ ਅਪਰਾ ਆਪਣਾ ਇੱਕ ਛੋਟਾ ਵਪਾਰ ਕਰ ਰਿਹਾ ਸੀ, ਪਰ ਉਹਦੇ ਵਿੱਚ ਬਹੁਤ ਖੁਸ਼ ਸੀ, ਤੇ ਵਪਾਰ ਫਿਰ ਪਾਰਟੀ ਦੇ ਲੇਖੇ ਲੱਗ ਗਿਆ। ਕਿੰਨਾ ਕੁ ਨੁਕਸਾਨ ਕਰਵਾ ਲਿਆ? ਨੁਕਸਾਨ ਦੇਖੋ, ਪੈਸੇ ਦਾ ਨੁਕਸਾਨ ਜਿਹੜਾ ਆ ਨਾ ਉਹ ਜਰ ਹੋ ਜਾਂਦਾ ਹੁੰਦਾ ਭਾਜੀ। ਪੈਸਾ ਅੱਜ ਹੈਗਾ, ਕੱਲ ਹੈ ਨਹੀਂ, ਫੇਰ ਆ ਜਾਊਗਾ।
ਮੇਰੀ ਜਿੰਨੀ ਜਮ੍ਹਾਂ ਪੂੰਜੀ ਸੀ ਉਹ ਤਾਂ ਚਲੋ ਖਰਚ ਹੋਣੀ ਸੀ, ਕਿਉਂਕਿ ਆਪਣਾ ਇਹੋ ਜਿਹਾ ਹੈ ਨਹੀਂ ਸੀ ਟੀਚਾ ਕੋਈ ਅਸੀਂ ਪੈਸੇ ਸਿਆਸਤ ਤੋਂ ਪੈਸੇ ਬਣਾਉਣੇ ਆ। ਸੋ ਮੇਰੇ ਯਾਰਾਂ ਦੋਸਤਾਂ ਨੇ ਕੁਛ ਹੈਲਪ ਕੀਤੀ, ਕੁਛ ਮੇਰੇ ਰਿਸ਼ਤੇਦਾਰ ਮੇਰੇ ਵੱਡੇ ਭਰਾ ਨੇ ਹੈਲਪ ਕੀਤੀ, ਤੇ ਮੇਰੀ ਆਪਣੀ ਜਮ੍ਹਾਂ ਪੂੰਜੀ ਸੀ ਉਹ ਵੀ ਲੱਗੀ। ਦੁਕਾਨ ਤਾਂ ਤੁਹਾਨੂੰ ਦੱਸਿਆ ਕਿ ਜਦੋਂ ਦੁਕਾਨਦਾਰੀ ਤਾਂ ਬੈਠੇ ਦੀ ਆ, ਹੈ ਨਾ। ਤੇ ਜਦੋਂ 1.5 ਸਾਲ ਲਗਾਤਾਰ ਮੈਂ ਦੁਕਾਨ ਤੇ ਗਿਆ ਨਹੀਂ ਤਾਂ ਦੁਕਾਨ ਠੱਪ ਹੋ ਗਈ। ਦੁਕਾਨ ਦਾ ਸਮਾਨ ਕਿਸੇ ਮੇਰੇ ਯਾਰ ਦੋਸਤ ਦੀ ਦੁਕਾਨ ਤੇ ਰੁਲੇ, ਤੇ ਬਸ ਸਮਝ ਲਓ ਕਿ ਸਮੇਂ ਦੀ ਜਿਹੜੀ ਬਰਬਾਦੀ ਹੋਈ ਆ ਉਹ ਸਮਾਂ ਮੁੜ ਕੇ ਨਹੀਂ ਆਉਣਾ। ਮੇਰੀ ਬੇਟੀ ਅੱਜ ਹੈਗੀ ਆ 13 ਸਾਲ ਦੀ ਤੇ ਬੇਟਾ 10 ਸਾਲ ਦਾ। ਉਸ ਵੇਲੇ ਬੇਟਾ ਸੀਗਾ ਤਕਰੀਬਨ 5 ਸਾਲ ਦਾ, ਹੈ ਨਾ। ਤੇ ਉਹ ਬਾਰ-ਬਾਰ ਜਿੱਦਾਂ ਬੱਚਿਆਂ ਨੂੰ ਹੁੰਦਾ ਹੀ ਆ, ਉਹਨਾਂ ਦੀ ਪਹਿਲੀਆਂ ਸਾਈਕਲਾਂ ਲੈ ਕੇ ਦਿੱਤੀਆਂ ਸੀ, ਟੁੱਟ ਗਈਆਂ ਸੀਗੀਆਂ। ਸੋ ਬੱਚਿਆਂ ਲਈ ਇੱਕ ਸਾਈਕਲ ਬਹੁਤ ਵੱਡੀ ਚੀਜ਼ ਹੁੰਦੀ ਆ। ਜਿੱਦਾਂ ਸਾਡੇ ਲਈ ਅਸੀਂ ਕਹਿ ਲਈਏ ਕਿ ਗੱਡੀ ਲੈਣੀ ਆ ਸੀ, ਹੈ ਨਾ, ਬੱਚਿਆਂ ਲਈ ਸਾਈਕਲ ਤਾਂ ਸਮਝ ਲਓ ਕਿ ਉਹਨਾਂ ਦਾ ਜਹਾਜ਼ ਦਾ ਝੂਟਾ। ਹਾਂ, ਸੋ ਉਹਨਾਂ ਨੇ ਜਿੱਦਾਂ ਮੈਂ ਮਹੀਨਾ ਬੱਚਿਆਂ ਦੇ ਮੂੰਹ ਨਹੀਂ ਦੇਖਣੇ, ਹੈ ਨਾ। ਮਹੀਨੇ ਬਾਅਦ ਜਦੋਂ ਮੈਂ ਮੁੜ ਕੇ ਘਰੇ ਆਉਣਾ ਤਾਂ ਬੱਚਿਆਂ ਨੇ ਮੈਨੂੰ ਇਹ ਫਰਮਾਇਸ਼, ਜਦੋਂ ਬਾਕੀ ਫਰਮਾਇਸ਼ਾਂ ਤਾਂ ਕਰਨੀ, ਇਹ ਫਰਮਾਇਸ਼ ਉਚੇਚੇ ਤੌਰ ਤੇ ਕਰਨੀ ਕਿ ਪਾਪਾ ਸਾਈਕਲ ਲੈ ਕੇ ਦਿਓ, ਹੈ ਨਾ। ਤੇ ਉਸ ਵੇਲੇ ਐ ਸੀਗਾ ਕਿ ਬਈ ਜਿਹੜੀ ਜੋ 4 ਪੈਸੇ ਹੈਗੇ ਆ ਵੀ ਆਪਾਂ ਐ ਨਾ ਖਰਚੀ, ਆਪਾਂ ਰੱਖੀਏ ਸਾਂਭ ਕੇ, ਹੈ ਨਾ, ਕਿ ਅੱਗੇ ਵੀ ਕੰਮ ਆਉਣੇ ਆ। ਸੋ ਉਹਨਾਂ ਨੂੰ ਬਾਰ-ਬਾਰ ਇਹ ਕਹਿਣਾ ਕਿ ਕੋਈ ਗੱਲ ਨਹੀਂ ਬੇਟਾ, 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਲੈਣ ਦਿਓ, ਆਪਾਂ ਦੁਬਾਰਾ ਕੰਮ ਸਟਾਰਟ ਕਰਕੇ ਤੇ ਫਿਰ ਤੁਹਾਨੂੰ ਸਾਈਕਲ ਲੈ ਕੇ ਦੇਣੀ ਆ। ਸੋ ਬਹੁਤ ਸਾਰੇ ਇਹੋ ਜਿਹੇ ਪਲ ਜਿਹੜੇ ਕਿ ਮੈਂ ਸਮਾਂ ਆਪਣੇ ਬੱਚਿਆਂ ਨੂੰ ਦੇਣਾ ਸੀਗਾ, ਉਹ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਉਸ ਸਮੇਂ ਦੇ ਵਿੱਚ ਮੈਂ ਗਰੋ ਕਰਨੀ ਸੀ, ਬੱਚਿਆਂ ਬਾਰੇ ਸੋਚਣਾ ਸੀਗਾ ਕਿ ਬੱਚਿਆਂ ਦੇ ਫਿਊਚਰ ਕਿਵੇਂ ਬਣਾਉਣਾ, ਹੈ ਨਾ। ਉਹ ਸਮਾਂ ਜਿਹੜਾ ਬਰਬਾਦ ਹੋਇਆ ਉਹਦਾ ਦੁੱਖ ਬੜਾ ਹੈ ਜੀ। ਬਿਲਕੁਲ ਜੀ। ਔਰ ਤੁਸੀਂ ਕਹਿ ਰਹੇ ਹੋ ਕਿ ਸਮਾਂ ਜਿਹੜਾ ਬਰਬਾਦ ਹੋਇਆ ਉਹਦਾ ਦੁੱਖ ਆ, ਔਰ ਆਮ ਆਦਮੀ ਪਾਰਟੀ ਤਾਂ ਹਮੇਸ਼ਾ ਹੀ ਕਹਿ ਰਹੀ ਹੈ ਕਿ ਅਸੀਂ ਪੰਜਾਬੀਆਂ ਦਾ ਸਮਾਂ ਬਦਲਾਂਗੇ, ਪੰਜਾਬੀਆਂ ਦੀ ਤਕਦੀਰ ਬਦਲਾਂਗੇ। ਔਰ ਸੁਖਦੀਪ ਸਿੰਘ ਅਪਰਾ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਸ਼ੁਰੂ ਤੋਂ ਨਾਲ ਚੱਲੇ ਨੇ, ਔਰ ਅੱਜ ਹਾਲਾਤ ਇਹ ਨੇ ਕਿ ਆਮ ਆਦਮੀ ਪਾਰਟੀ ਉਹਨਾਂ ਦੀ ਸੋਚ ਦੇ ਮੁਤਾਬਕ ਕੰਮ ਨਹੀਂ ਕਰ ਸਕੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਾਕੀ ਪੰਜਾਬੀਆਂ ਦੀ ਸੋਚ ਦੇ ਮੁਤਾਬਕ ਆਮ ਆਦਮੀ ਪਾਰਟੀ ਜੋ ਹੈ ਉਹ ਕੰਮ ਕਰ ਰਹੀ ਹੈ? ਜੋ ਇਹਨਾਂ ਦੇ ਮੌਜੂਦਾ ਸਮੇਂ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਪ੍ਰਧਾਨ ਨੇ ਜਾਂ ਕਾਰਜਕਾਰੀ ਮੈਂਬਰ ਨੇ ਜਾਂ MLA ਨੇ ਤੇ ਜਾਂ ਫਿਰ ਹਾਈ ਕਮਾਨ ਆ, ਕੀ ਪੰਜਾਬੀਆਂ ਦੀ ਸੋਚ ਤੇ ਖਰੇ ਉਤਰ ਰਹੇ ਆ? ਜਦੋਂ ਪਾਰਟੀ ਦੇ ਵਿੱਚ ਮੈਂ ਆਇਆ ਸੀਗਾ ਉਸ ਵੇਲੇ ਐਂ ਲੱਗਦਾ ਸੀਗਾ ਕਿ ਇਹ ਇੱਕ ਅੰਦੋਲਨ ਆ, ਤੇ ਇਕੱਲੇ ਮੈਂ ਨਹੀਂ, ਪੂਰੇ ਪੰਜਾਬੀਆਂ ਨੇ ਐਡਾ ਵੱਡਾ ਹੰਗਾਰਾ ਦਿੱਤਾ। ਉਹ ਸਿਰਫ ਤੇ ਸਿਰਫ ਇਸ ਕਰਕੇ ਦਿੱਤਾ ਕਿ ਇਹ ਇੱਕ ਮਿਸ਼ਨ ਆ, ਕਿ ਇਹਨੇ ਪੰਜਾਬ ਦੀ ਜਿਹੜੀ ਵਿਗੜ ਰਹੀ ਹਾਲਾਤ ਆ ਕਿ ਉਹਨੂੰ ਬਦਲਣਾ। ਬਟ ਜਦੋਂ ਪਾਰਟੀ ਵਿੱਚ ਵਿਚਰੇ ਤੇ ਫਿਰ ਐਂ ਲੱਗਿਆ ਕਿ ਇਹ ਅਲੱਗ ਨਹੀਂ ਹੈ। ਇਹ ਸਮਝ ਲਓ ਜਿਵੇਂ ਪੁਰਾਣੀਆਂ ਰਵਾਇਤੀ ਪਾਰਟੀਆਂ, ਹੁਣ ਤਾਂ ਚਲੋ ਇਹ ਵੀ ਰਵਾਇਤੀ ਪਾਰਟੀ ਦੀ ਕੈਟਾਗਰੀ ਵਿੱਚ ਆ ਗਏ, ਤੇ ਪੁਰਾਣੀਆਂ ਪਾਰਟੀਆਂ ਦੇ ਵਾਂਗੂ ਹੀ ਆ ਇਹਨਾਂ ਦਾ ਸਿਸਟਮ। ਉਹੀ ਆ ਜਿਵੇਂ ਧਰਮਵੀਰ ਗਾਂਧੀ ਜੀ ਦੀ ਇੱਕ ਸਪੀਚ ਸੁਣੀ ਸੀ ਮੈਂ, ਤੇ ਉਹ ਕਹਿੰਦੇ ਸੀਗੇ ਕਿ ਪਾਰਟੀਆਂ ਦਾ ਬਾਕੀ ਵੀ ਇਹੋ ਜਿਹਾ ਕਰਦੀਆਂ ਹੋਣਗੀਆਂ, ਯੂਜ਼ ਐਂਡ ਥਰੋ ਦਾ ਫਾਰਮੂਲਾ ਜਿਹੜਾ ਆ ਬਾਕੀ ਪਾਰਟੀਆਂ ਵੀ ਵਰਤਦੀਆਂ ਹੋਣਗੀਆਂ, ਬਟ ਇਹ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਕਿ ਯੂਜ਼ ਐਂਡ ਥਰੋ ਐਂਡ ਡਿਸਟਰੋਏ। ਤੁਸੀਂ ਦੇਖ ਲਓ ਕਿ ਸੁਖਪਾਲ ਸਿੰਘ ਖਹਿਰਾ ਕਿੱਡੇ ਵੱਡੇ ਇੱਕ ਮਤਲਬ ਉਸ ਪੱਧਰ ਦੇ ਲੀਡਰ ਕਿ ਉਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਹੁੰਦੇ ਹੋਏ ਇਹੋ ਜਿਹਾ ਫਰਜ਼ ਨਿਭਾਇਆ ਕਿ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਕਿ ਵਿਰੋਧੀ ਧਿਰ ਦਾ ਨੇਤਾ ਹੁੰਦਾ ਕੌਣ ਆ। ਪਾਣੀਆਂ ਦੀ ਗੱਲ ਉਹਨਾਂ ਨੇ ਛੇੜੀ, ਤੇ ਪਰ ਉਹਨਾਂ ਦੇ ਦੇਖੋ ਕਿ ਉਹਨਾਂ ਨੂੰ ਕਿਵੇਂ, ਮਤਲਬ ਮੈਨੂੰ ਤਾਂ ਇਹ ਗੱਲ ਸਮਝ ਹੀ ਨਹੀਂ ਲੱਗੀ ਅੱਜ ਤੱਕ ਕਿ ਕਿਸੇ ਨੂੰ ਆਪਾਂ ਕਿਸੇ ਨੂੰ ਕਿਸ ਆਧਾਰ ਤੇ ਹਟਾ ਸਕਦੇ ਆ, ਹੈ ਨਾ। ਮੰਨ ਲਓ ਸੁਖਦੀਪ ਅਪਰਾ ਕੰਮ ਨਹੀਂ ਕਰਦਾ, ਆਪਾਂ ਸੁਖਦੀਪ ਅਪਰੇ ਨੂੰ ਇਸ ਆਧਾਰ ਤੇ ਤਾਂ ਹਟਾ ਸਕਦੇ ਆ ਕਿ ਯਾਰ ਤੂੰ ਕੰਮ ਨਹੀਂ ਕਰਦਾ, ਹੈ ਨਾ, ਜਾਂ ਸਹੀ ਕੰਮ ਨਹੀਂ ਕਰਦਾ ਕਿ ਤੂੰ ਆਪਣੇ ਅਹੁਦੇ ਤੋਂ ਹਟ ਜਾ। ਬਟ ਇੱਕ ਬੰਦਾ ਅਹੁਦੇ ਦੀ ਜਿਹੜੀ ਭੂਮਿਕਾ ਵੀ ਪੂਰੀ ਨਿਭਾ ਰਿਹਾ ਤੇ ਉਸ ਤੋਂ ਵੱਧ ਕੇ ਕੰਮ ਕਰ ਰਿਹਾ ਸਾਰੇ। ਅੱਛਾ, ਸੁਖਦੀਪ ਅਪਰਾ ਜਦੋਂ ਕੰਮ ਕਰਦੇ ਆ, ਸਿਆਸਤ ਵਿੱਚ ਵਿਚਰਦੇ ਆ, ਤੇ ਉਹਨਾਂ ਦੇ ਉੱਪਰ ਪਰਚਾ ਵੀ ਹੁੰਦਾ 307 ਦਾ, ਤੇ ਉਹ 307 ਦਾ ਪਰਚਾ ਸਿਆਸਤ ਦੀ ਦੇਣ ਆ ਸੁਖਦੀਪ ਅਪਰਾ ਨੂੰ, ਤੇ ਉਹ ਕੀ ਚੱਕਰ ਸੀਗਾ ਉਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ। ਸ਼ਾਹਕੋਟ ਹਲਕੇ ਦੇ ਵਿੱਚ ਮੁੰਡੀ ਚੋਲੀਆਂ ਪਿੰਡ ਹੈ ਜੀ ਇੱਕ, ਜਿੱਦਾਂ ਆਮ ਪਾਣੀ ਦੀ ਟੈਂਕੀ ਵਿੱਚ ਇੱਕ ਦਵਾਈ ਮਲਾਈ ਜਾਂਦੀ ਹੈ ਕਿ ਕੀਟਨਾਸ਼ਕ ਨਾ ਪੈਦਾ ਹੋਣ ਤੇ ਪਾਣੀ ਸਾਫ਼ ਰਹੇ, ਹੈ ਨਾ। ਤੇ ਉਹ ਪਾਣੀ ਦੇ ਵਿੱਚ ਦਵਾਈ ਦੀ ਮਾਤਰਾ ਉੱਥੇ ਦਾ ਜਿਹੜਾ ਕਰਮਚਾਰੀ ਸੀ ਉਹਨੇ ਕੁਛ ਜ਼ਿਆਦਾ ਹੀ ਪਾਤੀ, ਤੇ ਉਹਦੇ ਨਾਲ ਕੀ ਹੋਇਆ, ਸਾਰਾ ਪਿੰਡ ਉਹ ਪਾਣੀ ਪੀ ਕੇ
ਬਿਮਾਰ ਪੈ ਗਿਆ ਤੇ ਉੱਥੇ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਤੇ ਛੋਟੇ ਛੋਟੇ ਬੱਚੇ ਸੀਗੇ। ਪਿੰਡ ਵਾਲਿਆਂ ਨੇ ਧਰਨਾ ਲਾਇਆ ਤੇ ਉੱਥੇ ਸਾਡੇ ਕੁਝ ਵਰਕਰ ਸੀਗੇ, ਉਹਨਾਂ ਨੇ ਸਾਨੂੰ ਅਪੀਲ ਕੀਤੀ ਵੀ ਤੁਸੀਂ ਵੀ ਇਸ ਧਰਨੇ ਵਿੱਚ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਦਿਓ, ਤੇ ਮੈਨੂੰ ਵੀ ਫੋਨ ਆਏ। ਸੋ ਉਸ ਧਰਨੇ ਦੇ ਵਿੱਚ ਜਿੱਦਾਂ ਹੀ ਮੈਂ ਮਤਲਬ ਸਕੂਲ ਦੇ ਵਿੱਚ ਧਰਨਾ ਲੱਗਾ ਸੀ, ਜਿੱਦਾਂ ਮੈਂ ਐਂਟਰ ਹੋਇਆ ਤਾਂ ਮੈਂ ਕੀ ਦੇਖਦਾ ਕਿ ਉਸ ਵੇਲੇ ਮੌਕੇ ਦਾ ਜਿਹੜਾ DSP ਆ ਉਹ ਇੰਨਾ ਕੁ ਜ਼ਿਆਦਾ ਖੁੰਖਾਰ ਹੋਇਆ ਪਿਆ। ਸਾਡਾ ਇੱਕ ਸਾਥੀ ਸੀ ਰਵੀਪਾਲ ਸਿੰਘ ਜੀ, ਤੇ ਅਫਸੋਸ ਹੈ ਕਿ ਉਹਦੀ ਹੁਣ ਡੈਥ ਹੋ ਚੁੱਕੀ ਆ, ਉਹ ਦੁਨੀਆ 'ਚ ਹੈ ਨਹੀਂਗਾ। ਉਹਨੇ ਬੜਾ ਕੰਮ ਕੀਤਾ ਮੁੰਡੇ ਨੇ, ਤੇ ਮੇਰੇ ਸਾਹਮਣੇ ਉਸ DSP ਨੇ ਮੁੰਡੇ ਨੂੰ ਜਾਨਵਰਾਂ ਵਾਂਗੂ ਕੁੱਟਿਆ। ਮਤਲਬ ਮੈਂ ਹਜੇ ਪਹੁੰਚਿਆ ਹੀ ਸੀਗਾ, ਜਾਨੂੰ ਤਿੱਤਰ ਬਿੱਤਰ ਹੋ ਗਿਆ ਸਾਰਾ ਕੁਝ। ਚਲੋ ਅਸੀਂ ਆ ਗਏ ਵਾਪਸ ਨਾ, ਉਹਨੀ ਪੁਲਿਸ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਤੁਸੀਂ ਜਾਓ, ਹੈ ਨਾ। ਚਲੋ ਧਰਨਾ ਖਤਮ ਹੋ ਗਿਆ। ਤੇ ਕੁਛ ਦਿਨਾਂ ਬਾਅਦ ਖਬਰ ਕੀ ਆ ਰਹੀ ਆ ਕਿ ਤੁਹਾਡੇ ਤੇ ਪਰਚਾ ਦਰਜ ਹੋ ਗਿਆ, ਤੇ ਪਰਚਾ ਮੇਨ ਮੇਰੇ ਨਾਂ ਤੇ, ਸੁਖਦੀਪ ਸਿੰਘ ਅਪਰਾ ਦੇ ਨਾਂ ਤੇ ਪਰਚਾ, ਜਿਹੜਾ 307 ਦੀ ਧਾਰਾ ਵੀ ਉਹਦੇ ਵਿੱਚ ਲਗਾਈ ਗਈ ਸੀ। ਜਦੋਂ ਸੁਖਦੀਪ ਅਪਰਾ ਤੇ 307 ਦਾ ਪਰਚਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਆ, ਜਿਹਦੀ ਖਾਤਰ, ਜਿਹਦੀ ਭੱਲ ਬਣਾਉਣ ਦੀ ਖਾਤਰ, ਜਿਹਨੂੰ ਸਟੈਂਡ ਕਰਨ ਦੀ ਖਾਤਰ ਸੁਖਦੀਪ ਅਪਰਾ ਨੇ 307 ਦਾ ਪਰਚਾ ਬਣਵਾ ਲਿਆ। ਉਧਰ ਜਿਹੜੇ ਤੁਸੀਂ ਗੱਲ ਕਰਦੇ ਹੋ ਸ਼ਾਹਕੋਟ ਦੇ ਨੌਜਵਾਨ ਦੀ, ਰਵੀਪਾਲ ਦੀ, ਉਹਨਾਂ ਨੇ ਡਾਂਗਾਂ ਵੀ ਖਾਧੀਆਂ, ਤੇ ਆਮ ਆਦਮੀ ਪਾਰਟੀ ਆਣ ਕੇ ਪਿੱਠ ਤੇ ਖੜੀ ਆ ਕਿ ਨਹੀਂ ਖੜੀ? ਕੁਛ ਉਹਨਾਂ ਨੇ ਤੁਹਾਡੇ ਬਾਬਤ ਕੁਛ ਕੀਤਾ ਕਿ ਨਹੀਂ ਕੀਤਾ? ਉਸ ਪਰਚੇ ਵਿੱਚ ਮੁੱਖ ਮੇਰਾ ਨਾਮ ਹੈਗਾ ਜੀ, ਹਜੇ ਵੀ ਕੋਰਟ ਦੇ ਵਿੱਚ ਕੇਸ ਭੁਗਤ ਰਹੇ ਆ। ਟੋਟਲ 7 ਬੰਦੇ ਸੀਗੇ, ਜਿਨ੍ਹਾਂ ਵਿੱਚੋਂ ਇੱਕ PO ਹੋ ਗਿਆ, ਉਹ ਬਾਹਰ ਹੈਗੇ ਸਾਡੇ ਦੋਸਤ, ਤੇ ਇੱਕ ਰਵੀਪਾਲ ਦੀ ਡੈਥ ਹੋ ਗਈ ਆ। ਅਸੀਂ 5 ਜਣੇ ਹੁਣ ਤਰੀਕ ਭੁਗਤ ਰਹੇ ਆ। ਉਸ ਪਰਚੇ ਤੋਂ ਹੋਣ ਤੋਂ ਬਾਅਦ ਮੈਂ ਖੁਦ ਪਾਰਟੀ ਨੂੰ ਕਹਿ ਕੇ ਕਿਹਾ ਕਿ ਇਸ ਬਾਰੇ ਆਪਾਂ ਕੁਝ ਕਰੀਏ, ਹੈ ਨਾ, ਕਿ ਮੈਂ ਤਾਂ ਚਲੋ ਹੈਗਾ ਤੇ ਬਾਕੀ ਸਾਡੇ ਹੋਰ ਵੀ ਵਰਕਰ ਜਿਹੜੇ ਆ ਇਨਵੋਲਵਡ ਹੈਗੇ ਆ, ਤੇ ਆਪਾਂ ਬਾਂਹ ਫੜਨੀ ਆ ਸਾਰਿਆਂ ਦੀ, ਹੈ ਨਾ। ਸੋ ਮੇਰੇ ਕਹੇ ਤੇ ਇੱਕ ਧਰਨਾ ਲਾਇਆ ਗਿਆ। ਗੁਰਪ੍ਰੀਤ ਘੁੱਗੀ ਜੀ ਬੜੇ ਸਮਝ ਲਓ ਕਿ ਉਹਨਾਂ ਦੀ ਤਾਰੀਫ ਦੇ, ਆਪਾਂ ਇੱਕ ਤਾਂ ਤਾਰੀਫ ਕਰੀਏ, ਉਹ ਵਾਕਈ ਇਸ ਕਾਬਲ ਹੈਗੇ ਆ ਕਿ ਉਹ ਪ੍ਰਧਾਨ ਸੀਗੇ ਉਸ ਵੇਲੇ, ਪ੍ਰਧਾਨਗੀ ਤੋਂ ਉੱਪਰ ਸੀਗੇ। ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸੁਖਦੀਪ ਆਪਾਂ ਧਰਨਾ ਲਾਵਾਂਗੇ। ਉਹਨਾਂ ਨੇ ਸਾਰਿਆਂ ਨਾਲ ਸੰਪਰਕ ਕੀਤਾ। ਮੈਂ ਸੁਖਪਾਲ ਸਿੰਘ ਖਹਿਰਾ ਜੀ ਨਾਲ ਸੰਪਰਕ ਕੀਤਾ, ਸੱਜਣ ਸਿੰਘ ਚੀਮਾ ਜੀ, ਹੋਰ ਬਹੁਤ ਸਾਰੇ ਇਹੋ ਜਿਹੇ ਉਸ ਵੇਲੇ ਸਟੇਟ ਲੈਵਲ ਦੇ ਲੀਡਰ ਸੀਗੇ। ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਉਹ ਸਾਰੇ ਉੱਥੇ ਪਹੁੰਚੇ, ਧਰਨਾ ਲੱਗਾ। ਬਟ ਉਹ ਇੱਕ ਧਰਨਾ ਹੀ ਲੱਗਾ, ਉਹ ਵੀ ਬਾਰ-ਬਾਰ ਮੇਰੇ ਕਹਿਣ 'ਤੇ ਜਾਂ ਗੁਰਪ੍ਰੀਤ ਘੁੱਗੀ ਜੀ ਦੇ ਕਹਿਣ 'ਤੇ ਨਾ। ਉਸ ਧਰਨੇ ਤੋਂ ਬਾਅਦ ਮਤਲਬ ਗੁਰਪ੍ਰੀਤ ਘੁੱਗੀ ਜੀ ਤਾਂ ਆਪ ਆਪਣੇ ਤੌਰ ਤੇ SSP ਨਾਲ ਰਾਬਤਾ 'ਚ ਰਹੇ, ਕੁਛ ਬਾਰ-ਬਾਰ ਫੋਨ ਕੀਤਾ ਉਹਨਾਂ ਨੇ, ਬਟ ਪਾਰਟੀ ਵੱਲੋਂ ਜਾਂ ਹੋਰ ਖਾਸ ਕਰਕੇ ਜਿਹੜੀ ਦਿੱਲੀ ਟੀਮ ਆਈ ਸੀ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਹੈ ਨਹੀਂ ਸੀ ਕਿਸੇ ਦਾ। ਅੱਛਾ, ਤੁਸੀਂ ਪਾਰਟੀ ਦੇ ਬਹੁਤ ਜ਼ਿਆਦਾ ਨਜ਼ਦੀਕ ਰਹੇ ਆ ਔਰ ਅੰਦਰਲੀਆਂ ਸਾਰੀਆਂ ਗਤੀਵਿਧੀਆਂ ਤੁਸੀਂ ਦੇਖੀਆਂ, ਮਹਿਸੂਸ ਕੀਤੀਆਂ। ਆਮ ਤੌਰ ਤੇ ਇਹ ਦੂਸਰੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਇਹ ਬਹੁਤ ਰੌਲਾ ਪਾਉਂਦੀਆਂ ਕਿ ਆਮ ਆਦਮੀ ਪਾਰਟੀ ਦੇ ਵਿਚਕਾਰ ਜਿਹੜਾ ਦਿੱਲੀ ਵਾਲਿਆਂ ਦਾ ਬਹੁਤ ਜ਼ਿਆਦਾ ਦਖਲਅੰਦਾਜ਼ੀ ਆ, ਬਹੁਤ ਜ਼ਿਆਦਾ ਉਹ ਆਪਣੀ ਹੁਕਮਰਾਨੀ ਕਰਦੇ ਆ। ਔਰ ਕੀ ਇਹ ਗੱਲ ਕਿੱਥੋਂ ਤੱਕ ਸੱਚ ਆ? ਇਸ ਕਰਕੇ ਨਹੀਂ ਕਿਉਂਕਿ ਸੁਖਦੀਪ ਅਪਰਾ ਹੁਣ ਉਹ ਥੋੜ੍ਹਾ ਜਿਹਾ ਵਿਚਾਰਕ ਤੌਰ ਤੇ ਵੱਖ ਹੋਇਆ, ਕੀ ਸੱਚਮੁੱਚ ਹੈ ਇਸ ਤਰ੍ਹਾਂ ਕਿ ਉੱਪਰੋਂ ਆਣ ਕੇ ਦਿੱਲੀ ਵਾਲੇ ਬਹੁਤ ਜ਼ਿਆਦਾ ਜਿਹੜਾ ਆਪਣਾ ਦਾਬਾ ਰੱਖਣਾ ਚਾਹੁੰਦੇ ਆ? ਜੋਗੀ ਜੀ, ਗੱਲ ਇਸ ਤਰ੍ਹਾਂ ਆ, ਮੇਰੀ ਖੁਦ ਦੀ ਇੱਕ ਸੋਚ ਹੈ, ਇੱਕ ਮਰਿਆਦਾ ਹੁੰਦੀ ਹਰ ਇੱਕ ਬੰਦੇ ਦੀ, ਹੈ ਨਾ। ਮੈਂ ਜੋ ਕੁਛ ਪਾਰਟੀ 'ਚ ਰਹਿ ਕੇ ਦੇਖਿਆ, ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਲੱਗੀ ਤੇ ਜਹਾਨ ਆ ਤੂੰ ਸਾਰਾ, ਤੇ ਵਿਛੜੀ ਤੇ ਤੂੰ ਕੁਛ ਵੀ ਨਹੀਂ ਹੈ। ਉਹ ਮੇਰੀ ਮਰਿਆਦਾ ਜਿਹੜੀ ਆ ਉਹ ਮੈਨੂੰ ਇਜਾਜ਼ਤ ਨਹੀਂ ਦਿੰਦੀ ਕਿ ਪਾਰਟੀ ਦੀਆਂ ਉਹ ਅੰਦਰਲੀਆਂ ਗੱਲਾਂ ਜਿਹੜੀਆਂ ਮੈਨੂੰ ਜੋ ਮੇਰੇ ਜ਼ਿਹਨ ਦੇ ਵਿੱਚ ਮੇਰੇ ਸਾਹਮਣੇ ਹੋਈਆਂ ਕਿ ਮੈਂ ਉਹ ਸਾਰੀਆਂ ਕਰਾਂ, ਹੈ ਨਾ। ਪਰ ਜੋ ਕਰਨ ਵਾਲੀਆਂ ਗੱਲਾਂ ਉਹ ਮੈਂ ਜ਼ਰੂਰ ਕਰੂੰਗਾ। ਕਿ ਹੋਰਾਂ ਪਾਰਟੀਆਂ ਦੇ ਵਿੱਚ ਇੱਕ ਸੰਗਠਨ ਬਣਾਇਆ ਜਾਂਦਾ, ਇੰਚਾਰਜ ਲਾਇਆ ਜਾਂਦਾ ਪੰਜਾਬ ਦਾ, ਹੈ ਨਾ, ਜਿਵੇਂ ਕਿ ਹਰੀਸ਼ ਚੌਧਰੀ ਹੁਣ ਕਾਂਗਰਸ ਦੇ ਹੈਗੇ ਆ, ਤੇ ਸਾਰੀਆਂ ਪਾਰਟੀਆਂ ਲਾਉਣੀਆਂ, ਬਟ ਉਹ ਇੱਕ ਅਬਜ਼ਰਵਰ ਹੁੰਦੇ, ਅਬਜ਼ਰਵ ਕਰਦੇ ਆ, ਉਹ ਦੇਖਦੇ ਆ ਕਿ ਪਾਰਟੀ ਜਿਹੜੀ ਆ ਇਸ ਸੂਬੇ 'ਚ ਸਹੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਬਟ ਆਮ ਆਦਮੀ ਪਾਰਟੀ 'ਚ ਇਸ ਤਰ੍ਹਾਂ ਨਹੀਂ ਹੈ। ਇਹਦੇ ਵਿੱਚ ਇੱਕ ਅਬਜ਼ਰਵਰ ਜਿਹੜਾ ਪੰਜਾਬ ਦਾ ਲੱਗਦਾ, ਤੁਸੀਂ ਹੁਣ ਦੇਖ ਲਓ ਜਿਹੜੇ ਹੁਣ ਇਸ ਵੇਲੇ ਜਿਹੜੇ ਇੰਚਾਰਜ ਹੈਗੇ ਆ, ਤੇ ਉਹੀ ਬਿਆਨ ਦੇ ਰਹੇ, ਰਾਘਵ ਚੱਡਾ ਉਹੀ ਬਿਆਨ ਦੇ ਰਹੇ ਆ ਕਿ ਪੰਜਾਬ ਦੇ ਕੋਲ ਕੋਈ ਲੀਡਰ ਹੀ ਹੈ ਨਹੀਂ। ਬਟ ਉਸ ਤੋਂ ਬਾਅਦ ਉੱਥੇ ਹੀ ਮਤਲਬ ਬਸ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਦੇਖੋਗੇ ਜ਼ਿਲ੍ਹਾ ਪੱਧਰ, ਹਲਕੇ ਪੱਧਰ ਤੇ ਵੀ ਇੱਕ ਅਬਜ਼ਰਵਰ, ਇੱਕ ਇੰਚਾਰਜ ਲਗਾ ਦਿੰਦੇ ਆ। ਤੁਸੀਂ ਐਂ ਦੇਖੋ
ਅੱਜ ਦੀ ਡੇਟ ਦੇ ਹਾਲਾਤ ਰਾਬਤੇ ਵਿੱਚ ਦੇਖੋ ਜਿਹੜੇ ਵਲੰਟੀਅਰ ਵਰਕਰ ਅੱਜ ਵੀ ਹੈਗੇ ਆ, ਉਹ ਮੇਰੇ ਨਾਲ ਕਈ ਵਾਰ ਗੱਲਬਾਤ ਕਰਦੇ ਹੁੰਦੇ ਆ। ਜਿਵੇਂ ਜਲੰਧਰ ਦੇ ਇੱਕ ਸੱਜਣ ਸੀ, ਉਹ ਕਹਿੰਦੇ ਯਾਰ ਮੈਂ ਕੋਈ ਉੱਥੇ ਲੜਾਈ ਝਗੜਾ ਹੋਈ ਸੀ, ਗੋਲੀ ਚੱਲੀ ਸੀ, ਉਹਦੇ ਖਿਲਾਫ ਮੈਂ ਧਰਨਾ ਲਾਉਣਾ ਚਾਹੁੰਦਾ ਕਿ ਮੈਨੂੰ ਇਜਾਜ਼ਤ ਨਹੀਂ ਮਿਲ ਰਹੀ। ਬੰਦੇ ਮੇਰੇ ਕੋਲ ਹੈਗੇ ਆ, ਮੈਂ ਧਰਨਾ ਲਾਉਣ ਲਈ ਤਿਆਰ ਹਾਂ, ਹੈ ਨਾ। ਮਤਲਬ ਇੱਕ ਬੰਦਾ ਪਾਰਟੀ ਦੇ ਲਈ ਲੋਕਾਂ ਦੀ ਆਵਾਜ਼ ਉਠਾਉਣਾ ਚਾਹੁੰਦਾ ਕਿ ਉਹ ਵੀ ਅਬਜ਼ਰਵਰ ਤੋਂ ਪੁੱਛੇ ਬਿਨਾਂ ਕੋਈ ਨਹੀਂ ਕੁਝ ਵੀ ਕਰ ਸਕਦਾ। ਜਿਹੜੀ ਕੋਈ ਵੀ ਕੰਮ ਕਰਨਾ ਹੋਵੇ ਤਾਂ ਦਿੱਲੀ ਵਾਲਿਆਂ ਦੀ ਜਿਹੜੀ ਆ ਉਹ ਸਹਿਮਤੀ ਜ਼ਰੂਰੀ ਆ। ਦੇਖੋ ਸੁਖਦੀਪ ਅੱਪਰਾ ਬਹੁਤ ਦੇਰ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਸਮਾਂ ਜਿਹੜਾ ਲਗਾਇਆ। ਕਦੇ ਬੰਦੇ ਨੂੰ ਹੁੰਦਾ ਹੈ ਕਿ ਯਾਰ ਕਿ ਮੈਂ ਇੰਨਾ ਕੰਮ ਕੀਤਾ ਹੈ ਤੇ ਇੰਨੇ ਕੰਮ ਕਰਨ ਦੇ ਇਨਾਮ ਸਨਮਾਨ ਮਿਲਣੇ ਚਾਹੀਦੇ ਆ, ਪਰ ਆਮ ਆਦਮੀ ਪਾਰਟੀ ਤੇ ਸੁਖਦੀਪ ਅੱਪਰਾ ਦੋਨੋਂ ਹੀ ਚੁੱਪ ਚਪੀਤੇ, ਬਿਨਾਂ ਕੁਝ ਦੱਸਿਆਂ, ਬਿਨਾਂ ਕੁਝ ਗੱਲਬਾਤ ਕੀਤਿਆਂ ਇਹ ਵੱਖ ਕਿਉਂ ਹੋ ਗਏ? ਕੀ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਨੇ ਬਾਤ ਨਹੀਂ ਪੁੱਛੀ ਜਾਂ ਸੁਖਦੀਪ ਅੱਪਰਾ ਦੀ ਸੋਚ ਤੋਂ ਪਰੇ ਹੋ ਗਈ ਪਾਰਟੀ? ਚੱਕਰ ਕੀ ਆ, ਹੁਣ ਕਿਉਂ ਵੱਖ ਹੋ ਗਏ ਆ? ਉਹਦੇ ਪਿੱਛੇ ਦੋ ਵੱਡੇ ਕਾਰਨ ਆ। ਜੋ ਸਵਾਲ ਤੁਸੀਂ ਕੀਤਾ ਜਵਾਬ ਵੀ ਉਹਦੇ ਵਿੱਚ ਹੀ ਆ। ਪਹਿਲਾ ਕਾਰਨ ਇਹ ਆ ਕਿ ਪਾਰਟੀ ਵਿੱਚ ਸਟੇਟ ਲੈਵਲ ਤੇ ਕੰਮ ਕੀਤਾ। ਸਟੇਟ ਲੈਵਲ ਤੇ ਕੰਮ ਕਰਨ ਤੋਂ ਬਾਅਦ ਮਹਿਸੂਸ ਹੋਇਆ ਕਿ ਜੋ ਮੈਂ ਸੋਚਦਾ ਸੀ ਕਿ ਇੱਕ ਅੰਦੋਲਨ ਆ, ਇੱਕ ਕ੍ਰਾਂਤੀਕਾਰੀ ਲੋਕ, ਉਹ ਨਹੀਂ ਹੈ। ਜਾਣੀ ਕਿ ਮੈਂ ਤਾਂ ਇਸ ਪੰਜਾਬ ਦੇ ਲਈ ਆਇਆ ਸੀ, ਹੈ ਨਾ। ਕਿਹੋ ਜਿਹੇ ਲੋਕ ਆ ਫਿਰ ਇਹੋ ਵੀ, ਜੇਕਰ ਤੁਸੀਂ ਕਹਿੰਦੇ ਕਿ ਇਹ ਅੰਦੋਲਨਕਾਰੀ ਹੈ ਨਹੀਂ, ਇਹ ਜੋ ਕਹਿੰਦੇ ਸੀ ਅਸੀਂ ਨਿਜ਼ਾਮ ਬਦਲਣ ਆਏ ਆ, ਅਸੀਂ ਰਾਜਨੀਤੀ ਬਦਲਣ ਆਏ ਆ, ਹੁਣ ਇਹ ਕਿਹੋ ਜਿਹੇ ਲੋਕ ਆ? ਤੁਸੀਂ ਐਂ ਦੇਖੋ ਕਿ ਜਿਹੜੇ ਕਹਿੰਦੇ ਸੀ ਅਸੀਂ ਸਿਸਟਮ ਬਦਲਣ ਆਏ ਆ, ਉਹ ਆਪ ਜਿਹੜੇ ਬਦਲ ਗਏ। ਕਿ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦਾ ਖੁਦ ਦਾ ਸੀਗਾ ਕਿ 2 ਸਾਲ ਤੋਂ ਇਹਨਾਂ ਦੇ ਕਾਨੂੰਨ ਦੇ ਵਿੱਚ ਸੀ ਪਾਰਟੀ ਦੇ ਕਿ 2 ਸਾਲ ਤੋਂ ਵੱਧ ਕੋਈ ਕਨਵੀਨਰ ਨਹੀਂ ਬਣ ਸਕਦਾ, ਤੇ ਉਹਨਾਂ ਨੇ ਕਾਨੂੰਨ ਹੀ ਚੇਂਜ ਕਰ ਲਿਆ ਤੀਜੀ ਵਾਰੀ ਆਪ ਬਣਨ ਦੇ ਲਈ। ਸੋ ਜਦੋਂ ਮੇਰਾ ਖੁਦ ਦਾ ਇੱਥੋਂ ਤੱਕ ਕਿ ਪੰਜਾਬ ਦੇ ਜਿੰਨੇ ਵਲੰਟੀਅਰ ਸੀਗੇ, ਉਹਨਾਂ ਦਾ ਖੁਦ ਦਾ ਮਸਲਾ ਹੀ ਸੀ ਕਿ ਪੰਜਾਬ, ਕਿ ਅਸੀਂ ਪੰਜਾਬ ਦੀ ਜਿਹੜੀ ਗਰਕ ਰਹੀ ਜਵਾਨੀ ਆ, ਜਾਂ ਪੰਜਾਬ ਦੀ ਜੋ ਹਾਲਾਤ ਬਣ ਰਹੇ ਆ ਨਸ਼ਿਆਂ ਦੇ ਨਾਲ, ਬੇਰੁਜ਼ਗਾਰੀ ਦੇ ਨਾਲ, ਅਸੀਂ ਉਹਨੂੰ ਕਿਵੇਂ ਸਹੀ ਕਰ ਸਕਦੇ ਹਾਂ, ਇੱਕ ਆਸ ਸੀ, ਹੈ ਨਾ। ਪਰ ਜਦ ਆਗੇ ਪਤਾ ਲੱਗਾ ਕਿ ਜਿਵੇਂ ਹੋਰ ਪਾਰਟੀਆਂ, ਕਾਂਗਰਸ, ਅਕਾਲੀ ਦਲ, BSP, ਜੋ ਹੋਰ ਜਿੰਨੀਆਂ ਵੀ ਪਾਰਟੀਆਂ, ਉਹਨਾਂ ਵਰਗੇ ਹੀ ਆ। ਦੇਖੋ ਇੱਕ ਗੱਲ ਜ਼ਰੂਰੀ ਆ, ਜਿਵੇਂ ਕਿ ਭਗਵੰਤ ਮਾਨ ਜੀ ਦਾ ਬੜਾ ਰੌਲਾ ਕੀ ਪਾਉਂਦੇ ਆ ਕਿ ਜੀ ਉਹ ਜਿੱਦਾਂ ਪਿੱਛੇ ਜੇ ਤੁਹਾਨੂੰ ਪਤਾ ਕਿ ਸ਼ਰਾਬ ਪੀਂਦੇ ਜਾਂ ਕਿੱਦਾਂ, ਹੈ ਨਾ। ਉਸ ਵੇਲੇ ਮੈਂ ਪਾਰਟੀ 'ਚ ਸੀਗਾ, ਮੈਂ ਵੀ ਡਿਫੈਂਡ ਕਰਦਾ ਰਿਹਾ ਕਿਤੇ ਨਾ ਕਿਤੇ, ਹੈ ਨਾ। ਬਟ ਆਪਣੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਯਾਰ ਇਕੱਲਾ ਭਗਵੰਤ ਮਾਨ ਹੀ ਕਿਉਂ, ਹੋਰ ਵੀ ਹੈਗੇ ਆ। ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਵੀਡੀਓ ਦੇਖੀ ਆ, ਉਹ ਖੁਦ ਪਿਆਲਾ ਉਹਨਾਂ ਦੇ ਹੱਥ ਵਿੱਚ ਫੜਿਆ ਕਿ ਲੋਕੀ ਉਹਨਾਂ ਦੇ ਉੱਪਰ ਇਸ਼ੂ ਕਿਉਂ ਨਹੀਂ ਬਣਦੇ। ਅਸਲ ਗੱਲ ਇਹ ਆ ਜੀ, ਮੰਨ ਲਓ ਮੈਂ ਕਹਿੰਦਾ ਨਹੀਂ, ਇਹ ਭਗਵੰਤ ਮਾਨ ਦਾ ਸ਼ਰਾਬ ਪੀਣਾ ਇਹ ਕੋਈ ਪੰਜਾਬ ਦਾ ਮੁੱਦਾ ਥੋੜ੍ਹਾ। ਨਹੀਂ, ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਮੁੱਦੇ ਅਸਲ 'ਚ ਚੱਕਰ ਕੀ ਆ ਵਿਚਲਾ। ਮੰਨ ਲਓ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਮੰਨ ਲਓ ਮੈਂ ਕਹਿੰਦਾ ਕਿ ਮੈਂ ਆਹ ਚੀਜ਼ ਨਹੀਂ ਕਰਦਾ, ਦੂਸਰਾ ਬੰਦਾ ਕਹਿ ਰਿਹਾ ਕਿ ਲੋਕਾਂ ਨੂੰ ਪਤਾ ਹੀ ਆ ਯਾਰ ਇਹ ਤਾਂ ਕਰਦਾ ਆ, ਬਟ ਜਿਹੜਾ ਕਹਿੰਦਾ ਮੈਂ ਨਹੀਂ ਕਰਦਾ ਪਰ ਫਿਰ ਵੀ ਕਰਦਾ, ਹਾਂ, ਉਹ ਮੁੱਦਾ ਬਣਦਾ। ਹਾਂ ਬਿਲਕੁਲ, ਜੇ ਅੰਦਰ ਕੁਝ ਹੋ ਰਿਹਾ, ਬਾਹਰ ਕੁਝ ਹੋ ਰਿਹਾ, ਹਾਥੀ ਦੇ ਦੰਦ। ਹਾਂ, ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਆ ਕਿ ਕਹਿਣਾ ਕੁਝ ਹੋਰ, ਕਹਿਣਾ ਇਹੀ ਆ ਕਿ ਅਸੀਂ ਬਾਕੀਆਂ ਤੋਂ ਅਲੱਗ ਆ, ਬਟ ਅਲੱਗ ਹੈ ਨਹੀਂ ਗੇ, ਮੁੱਦਾ ਫਿਰ ਬਣਦਾ। ਬਿਲਕੁਲ ਜੀ। ਔਰ ਇਸ ਵੇਲੇ ਆਮ ਆਦਮੀ ਪਾਰਟੀ ਬੜੀ ਦੌੜ ਦੇ ਵਿੱਚ ਆ ਕਿ ਹੁਣ ਉਹ ਦੁਬਾਰਾ ਚਾਹੁੰਦੇ ਆ ਕਿ ਉਹ 2017 ਵਰਗੀ ਜੋ ਇੱਕ ਉਹਨਾਂ ਦੀ ਲਹਿਰ ਸੀ ਉਹ ਦੁਬਾਰਾ ਬਣ ਜਾਵੇ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਹ 2017 ਵਰਗਾ ਜੋ ਰਿਜ਼ਲਟ ਆ ਉਹ ਇਸ ਵੇਲੇ 2022 ਦੇ ਵਿੱਚ ਉਹ ਦੇ ਸਕਣਗੇ ਕਿ ਆਪਣਾ ਇਹ ਜੋ ਪਰਫਾਰਮੈਂਸ ਸੀਗੀ ਉਹਨਾਂ ਦੀ ਉਸ ਤੋਂ ਬਿਹਤਰ ਹੋਏਗੀ ਜਾਂ ਉਸ ਤੋਂ ਮਾੜੀ ਹੋਏਗੀ? ਦੇਖੋ ਹੁਣ ਤਾਂ ਸਮਾਂ ਖੁੰਝ ਗਿਆ। ਮੇਰੇ ਦੋਸਤ ਹੈ ਲੁਧਿਆਣੇ, ਮੈਂ ਉਹਨਾਂ ਨੂੰ ਕਾਲ ਕੀਤੀ ਕਿ ਕਿੱਦਾਂ ਇਸ ਵਾਰ, ਵੈਸੇ ਜਿੱਦਾਂ ਜਾਣ ਕੇ ਕਈ ਵਾਰ ਮਸਤੀ ਕਰਨ ਦਾ ਮੂਡ ਹੁੰਦਾ ਯਾਰ, ਮੈਂ ਕਿਹਾ ਆਮ ਆਦਮੀ ਪਾਰਟੀ ਨੂੰ ਕਰੋ ਐਤਕੀ ਸਪੋਰਟ, ਐਤਕੀ ਵੀ, ਹੈ ਨਾ। ਉਹ ਕਹਿੰਦੇ ਪਿਛਲੀ ਵਾਰ ਤੇਰੇ ਕਹੇ ਤੇ ਕਰਤੀ, ਐਤਕੀ ਨਹੀਂ ਕਰਨੀ। ਮੈਂ ਕਿਹਾ ਵੀ ਗੱਲ ਕੀ? ਕਹਿੰਦੇ ਯਾਰ ਬੰਦਾ ਹੀ ਹੈ ਨਹੀਂ ਕੋਈ। ਕੱਲ੍ਹ ਸਾਨੂੰ ਲੋੜ ਪੈਂਦੀ ਆ ਕਿਤੇ ਕਿਸੇ ਦਫ਼ਤਰ ਜਾਣ ਦੀ ਜਾਂ ਕਿਸੇ ਸਰਕਾਰੀ ਦਰਬਾਰੇ ਜਾਣ ਦੀ, ਕਿਹਨੂੰ ਪੁੱਛੀ? ਤੁਸੀਂ ਅਪਰੇ ਦਾ ਹਾਲ ਦੇਖ ਲਓ ਕਿ ਅਪਰੇ ਦੇ ਆਸੇ-ਪਾਸੇ ਪਿੰਡ ਵਿੱਚ ਲੀਡਰਸ਼ਿਪ ਨੂੰ ਪੁੱਛ ਕੇ ਦੇਖ ਲਓ ਕਿੱਥੇ ਕੌਣ ਸ਼ਖਸ ਆਮ ਆਦਮੀ ਪਾਰਟੀ ਦੇ, ਕਿਹੜੇ ਬੰਦੇ ਨੂੰ ਮਿਲੀਏ। ਦੁਕਾਨਾਂ ਤੇ ਬਾਜ਼ਾਰ ਵਿੱਚ ਪੁੱਛ ਲਓ। ਜਿਨ੍ਹਾਂ ਨੂੰ ਨਹੀਂ ਪਤਾ ਮੈਂ ਪਾਰਟੀ 'ਚ ਹੈ ਨਹੀਂ, ਉਹ ਮੇਰਾ ਨਾਂ ਲੈਣਗੇ ਕਿ ਸੁਖਦੀਪ ਉਹਨੂੰ ਮਿਲ ਲਓ। ਜਿਨ੍ਹਾਂ ਨੂੰ ਪਤਾ ਉਹ ਕਹਿਣਗੇ ਜੀ ਸੁਖਦੀਪ ਹੁੰਦਾ ਸੀ, ਹੁਣ ਤਾਂ ਪਤਾ ਨਹੀਂ ਕੌਣ ਹੈ। ਦੇਖੋ ਸੁਖਦੀਪ ਹੁੰਦਾ ਸੀ, ਜਦੋਂ ਆਪਾਂ ਸੀ ਗੱਲ ਕਰਦੇ ਆ ਨਾ, ਉਸ ਵੇਲੇ ਦਿਲ ਦੇ ਵਿੱਚ ਇੱਕ ਟੀਸ ਜਿਹੀ ਉੱਠਦੀ
ਕਿ ਯਾਰ ਸੁਖਦੀਪ ਨੇ ਬੜਾ ਕੰਮ ਕੀਤਾ ਯਾਰ, ਆਪਣਾ ਸਮਾਂ ਬਰਬਾਦ ਕੀਤਾ, ਜਿਹੜਾ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਖੇਡਣਾ ਸੀ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਇੱਛਾਵਾਂ ਨੂੰ ਪੂਰਾ ਕਰਨਾ ਸੀ, ਘਰ ਵਾਲੀ ਨੂੰ ਆਪਣਾ ਸਮਾਂ ਦੇਣਾ ਸੀਗਾ, ਹੋਰ ਪਰਿਵਾਰ ਦੇ ਬਹੁਤ ਰੁਝੇਵੇਂ ਹੁੰਦੇ ਆ, ਉਹ ਸਾਰੇ ਛੱਡ ਕੇ ਪਾਰਟੀ ਦੇ ਲਿਖੇ ਲਾਤੇ। ਕਦੇ ਨਾ ਕਦੇ ਦਿਲ ਦੇ ਵਿੱਚ ਟੀ ਸੁੱਟਦੀ ਹੈ, ਦੁੱਖ ਹੁੰਦਾ ਹੈ, ਰੰਜ ਹੁੰਦਾ ਹੈ ਕਿ ਬਹੁਤ ਕੁਝ ਗਵਾ ਲਿਆ ਸੁਖਦੀਪ ਸਿੰਘ। ਮੈਂ ਪਹਿਲਾਂ ਵੀ ਕਿਹਾ ਕਿ ਸਮਾਂ ਬੀਤਿਆ ਸਮਾਂ ਮੁੜ ਕੇ ਨਹੀਂ ਆਉਂਦਾ ਭਾਜੀ, ਦੁੱਖ ਹੁੰਦਾ, ਬਟ ਅਸੀਂ ਉਸ ਕੌਮ ਦੇ ਵਿੱਚੋਂ ਆ ਜਿਹੜੇ ਕਦੇ ਹਾਰ ਨਹੀਂ ਮੰਨਦੀ। ਮੈਂ ਅੱਜ ਵੀ ਪੂਰਾ ਐਕਟਿਵ ਹਾਂ ਸਿਆਸੀ ਤੌਰ 'ਤੇ। ਕਿਸਾਨ ਅੰਦੋਲਨ ਸ਼ੁਰੂ ਹੋਇਆ ਪਿਛਲੇ ਸਾਲ, ਉਦੋਂ ਤੋਂ ਲੈ ਕੇ ਹੁਣ ਤੱਕ ਵੀ ਮੈਂ ਇਸ ਅੰਦੋਲਨ ਦੇ ਨਾਲ ਪੂਰਾ ਜੁੜਿਆ ਰਿਹਾ। ਅਪਰੇ ਦੇ ਆਸ-ਪਾਸ ਜੋ ਵੀ ਐਕਟੀਵਿਟੀ ਹੋਣੀ ਤੇ ਜੋ ਵੀ ਐਲਾਨ ਹੋਣੇ ਸੰਯੁਕਤ ਕਿਸਾਨ ਮੋਰਚੇ ਦੇ ਕਿ ਆਪਾਂ ਐਕਟੀਵਿਟੀ ਕਰਨੀ ਆ, ਉਹਨਾਂ 'ਚ ਅੱਗੇ ਹੋ ਕੇ ਸਾਰਾ ਮੈਂ ਕਰਦਾ ਰਿਹਾ। ਸੋ ਸਿਆਸਤ ਜਿਹੜੀ ਆ ਉਹ ਸਮਝਣ ਦੇ ਲਈ ਤੁਹਾਨੂੰ ਉਹਦੇ ਵਿੱਚ ਬਣਨਾ ਪੈਣਾ ਭਾਜੀ। ਮੈਂ ਬਣਿਆ, ਮੈਨੂੰ ਪਤਾ ਲੱਗਾ ਸਿਆਸਤ ਅਸਲ 'ਚ ਹੈ ਕੀ ਚੀਜ਼ ਹੈ। ਸੋ ਜੇ ਆਪਾਂ ਕਹੀਏ ਕਿ ਮੈਨੂੰ ਅਫਸੋਸ ਸਿਰਫ ਇਸ ਗੱਲ ਦਾ ਹੁੰਦਾ ਆ ਕਿ ਮੈਂ ਸਮਾਂ ਇਹ ਸੋਚ ਕੇ ਆਪਣਾ ਬਰਬਾਦ ਕੀਤਾ ਸੀਗਾ ਕਿ ਪੰਜਾਬ ਨੂੰ ਬਦਲਣਾ, ਪਰ ਜਿਨ੍ਹਾਂ ਤੇ ਆਸ ਸੀ ਕਿ ਇਹ ਪੰਜਾਬ ਨੂੰ ਬਦਲਣਗੇ ਉਹ ਖੁਦ ਬਦਲ ਗਏ। ਜਿਨ੍ਹਾਂ ਤੇ ਆਸ ਸੀ ਉਹ ਬਦਲ ਗਏ, ਕਿਉਂਕਿ ਜਦੋਂ ਮਲਾਈ ਬੇਈਮਾਨ ਹੋ ਜਾਣ ਤਾਂ ਫਿਰ ਬੇੜੀ ਕਿਨਾਰੇ ਕਦ ਲੱਗਦੀ ਹੈ। ਔਰ ਇਹ ਸਿਆਸਤ ਦਾ ਜੋ ਨਿਜ਼ਾਮ ਬਦਲਣਾ ਚਾਹੁੰਦੇ ਸੀ, ਅੱਜ ਅਪਰਾ ਸਾਹਿਬ ਨੇ ਕਿਹਾ ਕਿ ਉਹ ਆਪ ਖੁਦ ਬਦਲ ਗਏ ਆ। ਔਰ ਅਪਰਾ ਸਾਹਿਬ, ਜੇਕਰ ਹੁਣ ਆਪਾਂ ਗੱਲ ਕਰਦੇ ਹਾਂ ਬਾਕੀ ਸਿਆਸੀ ਧਿਰਾਂ ਜਿਹੜੀਆਂ ਉਹ ਵੀ ਦੌੜੀਆਂ ਫਿਰਦੀਆਂ ਹੈ 2022 ਦੇ ਵਿੱਚ, ਉਹ ਕਹਿੰਦੇ ਨੇ ਕਿ ਕੋਈ ਕਹਿੰਦਾ ਸਾਡੀ ਸਰਕਾਰ ਬਣ ਜਾਵੇ, ਕੋਈ ਸਾਡੀ ਸਰਕਾਰ ਬਣ ਜਾਵੇ। ਇਹ ਜਿਹੜਾ ਇਸ ਵੇਲੇ ਚਲਨ ਚੱਲ ਰਿਹਾ ਹੈ, ਉਹਦੇ ਮੁਤਾਬਕ ਤੁਸੀਂ ਜਿੰਨਾ ਸਮਾਂ ਤੁਸੀਂ ਆਪਣਾ ਇਹ ਤਜਰਬਾ ਲਿਆ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਨੌਜਵਾਨ ਬੜਾ ਜੋਸ਼ ਹੁੰਦਾ ਉਹਨਾਂ ਦੇ ਵਿੱਚ, ਭੱਜ ਕੇ ਨੱਠ ਕੇ ਕੰਮ ਕਰਦੇ ਆ ਔਰ 307 ਦੇ ਪਰਚੇ ਵੀ ਪਵਾ ਲੈਂਦੇ ਆ। ਇਹ ਨੌਜਵਾਨਾਂ ਨੂੰ ਸਹੀ ਦਿਸ਼ਾ, ਸਹੀ ਮੌਕਾ, ਸਹੀ ਉਹਨਾਂ ਦਾ ਮਾਣ ਸਨਮਾਨ ਇਹ ਸਿਆਸੀ ਪਾਰਟੀਆਂ ਦੇਣ ਦੇ ਕਾਬਲ ਹੈਗੀਆਂ ਜਾਂ ਇਹਨਾਂ ਦੀ ਨੀਅਤ ਖਰਾਬ ਆ? ਦੇਖੋ, ਜੇ ਪਾਰਟੀਆਂ ਦੀ ਗੱਲ ਕਰੀਏ, ਇੱਕ ਗੱਲ ਤਾਂ ਮੈਂ ਅੱਜ ਸਾਫ਼ ਤੁਹਾਨੂੰ ਕਹਿ ਦਿੰਦਾ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ, ਕਾਂਗਰਸ, BSP, ਕੋਈ ਵੀ ਐਨੀ ਪਾਰਟੀ ਹੈ ਨਾ, ਉਹਨਾਂ ਵਿੱਚ ਜੇ ਆਪਾਂ ਕਹਿ ਦਈਏ ਕਿ ਮਾੜੇ ਲੋਕ ਤਾਂ ਚੰਗੇ ਲੋਕ ਵੀ ਹੈਗੇ। ਸੋ ਮੈਂ ਇੱਕ ਜ਼ਰੂਰ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਆਪਣੇ ਵੱਲੋਂ ਕਿ ਕਿਸੇ ਵੀ ਪਾਰਟੀ ਵਿੱਚ ਉਹ ਅਗਰ ਆਪਣੀ ਇੱਛਾ ਰੱਖਦੇ ਆ, ਜਾਂ ਆਮ ਆਦਮੀ ਪਾਰਟੀ ਵਿੱਚ ਵੀ ਰੱਖਦੇ ਆ, ਉਹ ਇਹ ਨਾ ਸੋਚਣ ਕਿ ਅਸੀਂ ਸਿਆਸਤ ਵਿੱਚ ਨਹੀਂ ਜਾਣਾ। ਸਿਆਸਤ ਵਿੱਚ ਜਾਣਾ ਪੈਣਾ। ਜਿਵੇਂ ਕਿ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਦਾ, ਪਿੰਡਾਂ ਵਿੱਚ, ਬਹੁਤੇ ਪਿੰਡਾਂ 'ਚ ਅਕਸਰ ਇਹ ਹੁੰਦਾ ਕਿ ਲੋਕ ਇਕੱਠੇ ਹੋ ਕੇ, ਇੱਕ ਬੰਦਾ ਹੁੰਦਾ ਪਿੰਡ 'ਚ ਬਹੁਤ ਚੰਗਾ ਹੁੰਦਾ ਨਾ, ਲੋਕ ਇਕੱਠੇ ਹੋ ਕੇ ਉਹਦੇ ਕੋਲ ਜਾਂਦੇ ਆ ਕਿ ਯਾਰ ਐਤਕੀ ਸਰਪੰਚ ਤੈਨੂੰ ਬਣਾਉਣਾ, ਪਰ ਉਹ ਮਨਾ ਕਰ ਦਿੰਦਾ। ਉਹ ਕਹਿੰਦਾ ਨਹੀਂ, ਮੈਂ ਸਮਾਂ ਨਹੀਂ ਦੇ ਸਕਦਾ, ਜਾਂ ਸਿਆਸਤ ਗੰਦੀ ਆ, ਐਵੇਂ ਪਿੰਡ 'ਚ ਧਿਰ ਬਣ ਜੂੰਗਾ ਮੈਂ ਇੱਕ, ਹੈ ਨਾ। ਬਟ ਉਸ ਤੋਂ ਬਾਅਦ ਕੀ ਹੁੰਦਾ, ਉਹ ਸਿਆਸਤ ਵਿੱਚ ਆਉਂਦਾ ਨਹੀਂ, ਉਹ ਸਰਪੰਚ ਬਣਦਾ ਨਹੀਂ। ਅਤੇ ਦੂਜੇ ਪਾਸੇ ਜਿਹੜਾ ਇੱਕ ਲਾਲਚੀ ਬੰਦਾ, ਜਿਹੜਾ ਇੱਕ ਚਾਹੁੰਦਾ ਮੈਂ ਸਰਪੰਚ ਬਣ ਕੇ ਕੁਛ ਖਾਵਾਂ, ਉਹ ਪੈਸੇ ਦੇ ਜ਼ੋਰ 'ਤੇ ਵੋਟਾਂ ਲੈ ਕੇ ਸਰਪੰਚ ਬਣ ਜਾਂਦਾ, ਅਤੇ ਆਟੋਮੈਟਿਕ ਪਿੰਡ ਦੀ ਸਿਆਸਤ ਗੰਦੀ ਹੋ ਗਈ। ਇਸੇ ਤਰ੍ਹਾਂ ਹੀ ਦੇਸ਼ ਦੀ ਅਤੇ ਪੰਜਾਬ ਦੀ ਸਿਆਸਤ ਆ। ਜਦ ਤੱਕ ਚੰਗੇ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਕਿ ਚਾਹੁੰਦੀ ਆ ਕਿ ਪੰਜਾਬ ਦਾ ਅਸੀਂ ਸਿਸਟਮ ਬਦਲਣਾ, ਅਸੀਂ ਕੁਛ ਚੰਗਾ ਕਰਨਾ ਆਪਣੇ ਲੋਕਾਂ ਦੇ ਲਈ, ਜਦ ਤੱਕ ਉਹ ਨਹੀਂ ਆਉਂਦੇ, ਜੇ ਉਹ ਨਹੀਂ ਆਉਂਦੇ, ਉਹ ਜਗ੍ਹਾ ਖਾਲੀ ਛੱਡ ਦਿੰਦੇ ਆ, ਅਤੇ ਉਸ ਜਗ੍ਹਾ 'ਤੇ ਫਿਰ ਕਰਪਟ ਲੋਕਾਂ ਨੇ ਆਉਣਾ ਹੀ ਆ ਜੀ। ਸੋ ਬੇਨਤੀ ਮੇਰੀ ਇਹੀ ਹੈ ਕਿ ਨੌਜਵਾਨ ਚੰਗੇ ਲੋਕ ਉਹ ਸਿਆਸਤ ਵਿੱਚ ਜ਼ਰੂਰ ਆਉਣ। ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਆ, ਨੋ ਮੈਟਰ, ਬਟ ਉਹ ਜਗ੍ਹਾ ਜਿਹੜੀ ਆ ਖਾਲੀ ਨਾ ਹੋਣ ਦਿਓ। ਉਸ ਜਗ੍ਹਾ 'ਤੇ ਆਪ ਜਾ ਕੇ ਬੈਠੋ। ਜਦੋਂ ਜ਼ਿਆਦਾ ਗਿਣਤੀ ਚੰਗਿਆਂ ਦੀ ਹੋ ਜੂਗੀ ਤਾਂ ਆਟੋਮੈਟਿਕ ਆ ਜਿਹੜੇ ਮਾੜੇ ਲੋਕ ਆ ਉਹਨਾਂ ਨੂੰ ਥਾਂ ਨਹੀਂ ਮਿਲਣੀ ਬੈਠਣ ਦੀ, ਤਾਂ ਕਿੱਥੇ ਬੈਠਣਗੇ, ਉਹ ਜਾਣਗੇ। ਬਿਲਕੁਲ ਜੀ। ਔਰ ਜਦੋਂ ਕਹਿੰਦੇ ਨੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸਿਆਸਤ ਤੋਂ ਕੀ ਲੈਣਾ, ਤਾਂ ਫਿਰ ਉਹ ਲੋਕ ਸਿਆਸਤ ਤੋਂ ਲੈਂਦੇ ਨੇ ਜਿਨ੍ਹਾਂ ਦਾ ਅਸਲ ਵਿੱਚ ਲੈਣਾ ਦੇਣਾ ਸਿਆਸਤ ਦੇ ਨਾਲ ਨਹੀਂ ਹੁੰਦਾ। ਉਹ ਆਪਣੀਆਂ ਹੱਟੀਆਂ ਚਲਾਉਂਦੇ ਨੇ, ਦੁਕਾਨਾਂ ਚਲਾਉਂਦੇ ਨੇ, ਸਿਆਸਤ ਫਿਰ ਕਮਾਈ ਦਾ ਸਾਧਨ ਬਣ ਜਾਂਦੀ ਹੈ। ਅਪਰਾ ਸਾਹਿਬ, ਇੱਕ ਸਵਾਲ, ਆਖਰੀ ਸਵਾਲ ਕਰਾਂਗੇ ਕਿ ਸਿਆਸਤ ਵਿੱਚੋਂ ਖੱਟਿਆ ਕੁਝ ਨਹੀਂ, ਗਵਾਇਆ ਬਹੁਤ ਕੁਝ ਆ। ਸੱਜਣਾ ਮਿੱਤਰਾਂ ਨੇ, ਪਿਆਰਿਆਂ ਨੇ, ਰਿਸ਼ਤੇਦਾਰਾਂ ਨੇ, ਪਰਿਵਾਰ ਨੇ ਉਲਾਂਭੇ ਦਿੱਤੇ। ਦੇਖੋ, ਮੇਰੀਆਂ 5 ਭੈਣਾਂ ਆ, 2 ਮੇਰੇ ਤੋਂ ਵੱਡੀਆਂ, 3 ਮੇਰੇ ਤੋਂ ਛੋਟੀਆਂ। ਇਹ ਵੱਡਾ ਭਰਾ ਇੱਕ, ਉਹ ਸਾਰੇ ਮੇਰੇ ਨਾਲ ਇੰਨਾ ਕੁ ਪਿਆਰ ਕਰਦੇ ਆ। ਪਤਾ ਉਹਨਾਂ ਨੂੰ ਸੀ ਕਿ ਇਹ ਬਈ ਤੁਰ ਪਿਆ ਹੁਣ ਹੋਰ ਪਾਸੇ, ਹੈ ਨਾ, ਪਰ ਉਸ ਵੇਲੇ ਕਿਸੇ ਨੇ ਨਹੀਂ ਕਿਹਾ।
ਮੈਨੂੰ ਸਾਰੇ ਸਗੋਂ ਪ੍ਰੇਰਣਾ ਦਿੰਦੇ ਰਹੇ ਆ, ਮੈਨੂੰ ਹੱਲਾਸ਼ੇਰੀ ਦਿੰਦੇ ਰਹੇ ਆ। ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ ਭਾਜੀ, ਤੁਹਾਡਾ ਆਪਣਾ ਪਰਿਵਾਰ ਜੀ ਹੈ ਨਾ, ਤੁਹਾਡੀ ਫੈਮਿਲੀ, ਹੂੰ। ਤੁਹਾਡਾ ਜੀਵਨ ਸਾਥੀ। ਤੇ ਮੇਰਾ ਜੀਵਨ ਸਾਥੀ ਤੇ ਮੇਰੇ ਬੱਚੇ ਇੰਨੇ ਚੰਗੇ ਆ ਕਿ ਉਹਨਾਂ ਨੇ ਉਹ ਮਾੜਾ ਸਮਾਂ ਦੇਖ ਲਿਆ, ਬਟ ਉਹਨਾਂ ਨੂੰ ਮੇਰੇ ਤੇ ਯਕੀਨ ਸੀ ਕਿ ਚੰਗੇ ਰਾਹ ਤੁਰਿਆ ਹੋਇਆ, ਕਿਸੇ ਮਾੜੇ ਰਾਹ ਨਹੀਂ ਤੁਰਿਆ ਹੋਇਆ। ਕਿ ਅਸੀਂ ਉਸ ਵੇਲੇ 2017 ਤੋਂ ਬਾਅਦ ਹੁਣ ਜ਼ਰੂਰ ਮੈਨੂੰ ਕਹਿੰਦੇ ਆ, ਹੁਣ ਕਹਿੰਦੇ ਆ ਕਿ ਮੁੜ ਕੇ ਨਹੀਂ ਜਾਣਾ। ਕਿਉਂਕਿ ਪਤਾ ਕੀ ਆ, ਮੈਂ ਗੱਲ ਲੰਬੀ ਚੱਲ ਜਾਣੀ ਆ ਕਿ ਅੱਛਾ ਚਲੋ ਮੁੜ ਕੇ ਨਹੀਂ ਜਾਣਾ। ਜੇਕਰ ਹੁਣ ਆਮ ਆਦਮੀ ਪਾਰਟੀ ਵਾਲੇ ਮੁੜ ਕੇ ਕਹਿਣ ਕਿ ਤੈਨੂੰ ਯਾਰ ਟਿਕਟ ਦਿੰਨੇ ਆ ਜਾ, ਫਿਰ ਨੋ। ਦੇਖੋ, ਜੇ ਇਸ ਬਾਰੇ ਪਤਾ ਲੱਗ ਗਿਆ ਕਿ ਉਹ ਕਹਿੰਦੇ ਕੁਝ ਹੋ ਰਿਹਾ, ਕਰਦੇ ਕੁਝ ਹੋ ਰਿਹਾ, ਮਤਲਬ ਪਹੁੰਚ ਤਾਂ ਹੁੰਦੀ ਆ। ਆਉਂਦੇ ਰਹੇ ਆ ਜਿਹੜੇ ਸਟੇਟ ਲੈਵਲ ਦੇ ਵੀ ਕੁਝ ਮੇਰੇ ਯਾਰ ਦੋਸਤ, ਦੇਖੋ ਹੈ ਤਾਂ ਸਾਥੀ, ਆਪਣੇ ਨਾਲ ਕੰਮ ਕੀਤਾ, ਉਹ ਫੋਨ ਫਾਨ ਕਰਦੇ ਰਹੇ ਆ। ਤੇ ਮੇਰੇ ਵੱਲੋਂ ਮੇਰੀ ਥਾਂ ਕੋਈ ਹੋਰ ਹੁੰਦਾ ਬੰਦਾ ਤਾਂ ਜ਼ਰੂਰ ਥੋੜ੍ਹਾ ਜਿਹਾ ਐਂ ਕਰਦਾ ਕਿ ਚੱਲ ਯਾਰ ਮਿਲ ਲੈਂਦੇ ਆ, ਜਰਨੈਲ ਸਿੰਘ ਨੂੰ ਮਿਲ ਲੈਂਦੇ ਆ, ਰਾਘਵ ਚੱਡੇ ਨੂੰ ਮਿਲ ਲੈਂਦੇ ਆ, ਜਾਂ ਕਿੱਦਾਂ ਹੈ ਨਾ। ਮੇਰੇ ਕੋਲ ਇੱਥੇ ਅੱਪਰੇ ਵੀ ਆਉਂਦੇ ਰਹੇ ਆ ਕਿ ਸੁਖਦੀਪ ਚੱਲ ਯਾਰ ਆਪਾਂ ਦੁਬਾਰ ਤੋਂ ਕਰੀਏ, ਕਿ ਐਤਕੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੈਨੂੰ ਟਿਕਟ ਦਵਾਉਂਦੇ ਆ ਜਾਂ ਉਹ ਦਵਾਉਂਦੇ ਆ। ਮੈਂ ਕਿਹਾ ਜੀ ਸਾਰਾ ਕੁਝ ਕਰਕੇ ਦੇਖ ਲਿਆ। ਜੇ ਅਹੁਦੇ ਦੀ ਗੱਲ ਕਰਦੇ ਆ, ਮੇਰੇ ਤੋਂ ਉੱਪਰ ਅਹੁਦਾ ਜਿਹੜਾ ਪੂਰਾ ਪੰਜਾਬ ਚਲਾ ਰਿਹਾ ਸੀਗਾ, ਕਿ ਮੇਰੇ ਤੋਂ ਉੱਪਰ ਉਸ ਉੱਪਰ ਅਹੁਦਾ ਕੋਈ ਹੋ ਹੀ ਨਹੀਂ ਸਕਦਾ ਹੈ ਨਾ। ਜੇ ਤੁਸੀਂ ਗੱਲ ਕਰਦੇ ਆ ਟਿਕਟ ਦੀ, ਤਾਂ ਉਹ ਐਡੀ ਲਾਲਸਾ ਨਾ ਉਸ ਵੇਲੇ ਸੀ ਤੇ ਨਾ ਹੀ ਹੁਣ ਹੈਗੀ ਆ। ਹਾਂ ਇੰਨਾ ਜ਼ਰੂਰ ਆ, ਸਿਆਸਤ ਦੇ ਵਿੱਚ ਜੇ ਹੁਣ ਮੈਂ ਆ ਗਿਆ, ਮੈਨੂੰ ਹੁਣ ਸਮਝ ਲੱਗ ਗਈ ਆ ਕਿ ਇਹ ਸਿਆਸਤ ਵਿੱਚ ਮੇਰੇ ਵਰਗੇ ਜਾਂ ਹੋਰ ਬਹੁਤ ਸਾਰੇ ਨੌਜਵਾਨ ਇਹ ਹੋਣੇ ਜ਼ਰੂਰੀ ਆ। ਸੋ ਸਿਆਸਤ ਛੱਡਣ ਦਾ ਕੋਈ ਵਿਚਾਰ ਨਹੀਂ, ਪਰ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਵੀ ਕੋਈ ਵਿਚਾਰ ਨਹੀਂ। ਲਓ ਜੀ, ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਵੀ ਕੋਈ ਵਿਚਾਰ ਨਹੀਂ ਤੇ ਸਿਆਸਤ ਛੱਡਣ ਦਾ ਵੀ ਕੋਈ ਵਿਚਾਰ ਨਹੀਂ, ਕਿਉਂਕਿ ਸੱਚਮੁੱਚ ਜੇਕਰ ਤੁਸੀਂ ਆਪਣੇ ਦਿਲ ਦੇ ਵਿੱਚ ਕੁਝ ਇਰਾਦਾ ਰੱਖਦੇ ਹੋ ਕਿਸੇ ਨੂੰ ਬਦਲਣ ਦਾ, ਤੇ ਜੇਕਰ ਤੁਸੀਂ ਆਪ ਹੀ ਬਦਲ ਜਾਵੋਗੇ ਤਾਂ ਫਿਰ ਨਤੀਜੇ ਸਿਫਰ ਹੀ ਹੁੰਦੇ ਨੇ। ਔਰ ਨਤੀਜੇ ਉਹਨਾਂ ਨੂੰ ਮਿਲਦੇ ਨੇ ਕਿ ਜਿਹੜੇ ਆਪ ਹਾਲਾਤਾਂ ਨੂੰ ਬਦਲਦੇ ਨੇ, ਅੱਗੇ ਵਧਦੇ ਨੇ। ਅੱਜ ਸੁਖਦੀਪ ਅਪਰਾ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਅਪਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸ਼ੁਕਰੀਆ ਪੂਰੀ ਟੀਮ ਦਾ, ਤੁਸੀਂ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ। ਜਿਹੜੇ ਦਰਸ਼ਕ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਕਹੂੰਗਾ ਕਿ ਜਦੋਂ ਦੇਖਣਗੇ ਤਾਂ ਧੰਨਵਾਦ ਉਹਨਾਂ ਕੋਲ ਪਹੁੰਚੂਗਾ। ਬਿਲਕੁਲ। ਸੋ ਪੰਜਾਬੀ ਨੈਸ਼ਨਲ ਟੀਵੀ ਦਾ, ਪੂਰੀ ਟੀਮ ਦਾ, ਜਿਹੜੇ ਤੁਹਾਡੇ ਉੱਪਰ ਵੀ ਜਿਹੜੇ ਸੰਗਠਨ ਜਿਹੜੇ ਹੈਗੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਉਚੇਚੇ ਤੌਰ ਤੇ ਅੱਜ ਇੱਥੇ ਪਹੁੰਚੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਔਰ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ। ਇਸੇ ਤਰ੍ਹਾਂ ਹੀ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਰਹਿਣਾ, ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।